ਇਸ ਦਾ ਸਮਾਨਾਂਤਰ ਪ੍ਰਸਾਰਣ ਜਿਹੜਾ ਉਹ ਰੇਡੀਓ ਸਪਾਈਸ ਦੇ ਉੱਤੇ ਵੀ ਹੋਣ ਜਾ ਰਿਹਾ ਹੈ। ਇਸ ਗੱਲਬਾਤ ਦੇ ਵਿੱਚ ਅਸੀਂ ਪ੍ਰਾਪਰਟੀ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਨਿਊਜ਼ੀਲੈਂਡ ਦੇ ਲਾਅ ਦੇ ਮੁਤਾਬਕ ਨੇ, ਜਾਇਦਾਦ ਦੀ ਖਰੀਦ ਤੇ ਵੇਚ ਦੇ ਵਿੱਚ ਉਸ ਦੀ ਕਾਨੂੰਨੀ ਐਂਗਲ ਤੋਂ, ਕਾਨੂੰਨੀ ਦ੍ਰਿਸ਼ਟੀਕੋਣ ਤੋਂ ਕੀ ਗੱਲਬਾਤ ਕਿਵੇਂ ਹੋਣੀ ਚਾਹੀਦੀ ਹੈ ਨਿਊਜ਼ੀਲੈਂਡ ਦੇ ਵਿੱਚ। ਕਿਸੇ ਵੀ ਖੇਤਰ ਦੇ ਵਿੱਚ ਤੁਸੀਂ ਜਦੋਂ ਇਸ ਤਰ੍ਹਾਂ ਦੀ ਕੋਈ ਵੇਚ ਖਰੀਦ ਕਰਦੇ ਹੋ ਤੇ ਉਸ ਦੇ ਵਿੱਚ ਵਕੀਲ ਜਿਹੜੇ ਨੇ ਉਹਨਾਂ ਦੀ ਸ਼ਮੂਲੀਅਤ ਯਕੀਨੀ ਹੁੰਦੀ ਹੈ। ਤੇ ਉਹਨਾਂ ਵਕੀਲਾਂ ਦੇ ਵਿੱਚੋਂ ਸਾਡੇ ਕੋਲ ਇਸ ਵਕਤ ਹਾਜ਼ਰ ਨੇ ਆਸ਼ਮਾ ਸਿੰਘ ਅਤੇ ਗਗਨਦੀਪ ਕੌਰ। ਥੈਂਕ ਯੂ, ਅੱਜ ਤੁਸੀਂ ਸਪੈਸ਼ਲੀ ਸਮਾਂ ਕੱਢਿਆ। ਔਰ ਮੈਨੂੰ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਰੁੱਝੇ ਹੋਏ ਹੁੰਦੇ ਹੋ, ਬਹੁਤ ਬਿਜ਼ੀ ਹੁੰਦੇ ਹੋ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ। ਅਕਸਰ ਰਾਜ ਪ੍ਰਦੀਪ ਸਿੰਘ ਸਾਡੇ ਨਾਲ ਆਪਣੇ ਖਿਆਲਾਂ ਦੀ ਸਾਂਝ ਪਾਉਂਦੇ ਨੇ ਔਰ ਕਾਨੂੰਨੀ ਮਸ਼ਵਰਾ ਜਿਹੜਾ ਉਹ ਬੜਾ ਵੈਲਿਊਏਬਲ ਹੁੰਦਾ ਹੈ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਨੀਮ ਹਕੀਮ ਖਤਰਾ ਜਾਨ ਹੈ। ਸੋ ਇਸ ਕਰਕੇ ਜਿਹੜੇ ਕੁਆਲੀਫਾਈਡ ਬੰਦੇ ਨੇ ਕਿਸੇ ਵੀ ਖੇਤਰ ਦੇ ਵਿੱਚ, ਉਹਨਾਂ ਦੇ ਮਸ਼ਵਰੇ ਨੂੰ ਆਪਣੇ ਪੈਰਾਂ ਤੱਕ ਲੈ ਕੇ ਜਾਣ ਦਾ ਸਾਡਾ ਜਿਹੜਾ ਇਹ ਕੋਸ਼ਿਸ਼ ਹੈ, ਸਾਡਾ ਜਿਹੜਾ ਜ਼ਰੀਆ, ਇਸ ਨੂੰ ਲਗਾਤਾਰ ਦੇ ਨਾਲ ਅਸੀਂ ਕਾਇਮ ਰੱਖਦੇ ਹਾਂ। ਗਗਨਦੀਪ, ਪਹਿਲਾਂ ਤੁਹਾਡਾ ਬਹੁਤ ਸਵਾਗਤ। ਅੱਜ ਪਹਿਲੀ ਵਾਰ ਆਪਣੀ ਲੀਗਲ ਐਸੋਸੀਏਟਸ ਦੀ ਟੀਮ ਵੱਲੋਂ ਪਹਿਲੀ ਵਾਰ ਤੁਸੀਂ ਔਨ ਬੋਰਡ ਹੋਏ ਹੋ, ਆਪਣੇ ਬਾਰੇ ਜ਼ਰੂਰ ਸਾਂਝ ਪਾਓ। ਥੈਂਕ ਯੂ ਸੋ ਮਚ ਫਸਟ ਆਫ ਆਲ ਕਿ ਤੁਸੀਂ ਇੰਨਾ ਵਾਰਮ ਵੈਲਕਮ ਕਰ ਰਹੇ ਹੋ ਸਾਨੂੰ, ਐਂਡ ਥੈਂਕ ਯੂ ਸੋ ਮਚ ਆਸ਼ਿਮਾ ਜੀ ਜਿਨ੍ਹਾਂ ਨੇ ਮੈਨੂੰ ਇਨਕਰੇਜ ਕੀਤਾ ਕਿ ਮੈਂ ਉਹਨਾਂ ਨੂੰ ਜੁਆਇਨ ਕਰਾਂ। ਆਈ ਵਾਸ ਅ ਬਿਟ ਰਿਲੈਕਟੈਂਟ ਕਿਉਂਕਿ ਮੈਂ ਜ਼ਿਆਦਾ ਹੋਸਟ ਕਰਦੀ ਹਾਂ ਪ੍ਰੋਗਰਾਮ ਤੇ ਫਸਟ ਟਾਈਮ ਆਮ ਅਪੀਅਰਿੰਗ ਐਜ਼ ਅ ਗੈਸਟ, ਸੋ ਆਈ ਵਾਸ ਬਿਟ ਰਿਲੈਕਟੈਂਟ, ਬਟ ਥੈਂਕ ਯੂ ਸੋ ਮਚ ਆਸ਼ਿਮਾ ਜੀ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਐਡਵਾਈਸ ਕਰ ਸਕਾਂ ਕਲਾਇੰਟਸ ਨੂੰ ਔਰ ਆਪਣੀ ਕਮਿਊਨਿਟੀ ਨੂੰ ਹੋਰ ਨੇੜੇ ਜੋੜਾਂ ਤਾਂ ਕਿ ਉਹਨਾਂ ਨੂੰ ਅਸੀਂ ਆਪਣੀਆਂ ਲੀਗਲ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕਰਵਾ ਸਕੀਏ। ਥੈਂਕ ਯੂ ਸੋ ਮਚ ਪਰਮਿੰਦਰ ਜੀ। ਮੈਨੂੰ ਕਿਹਾ ਨਾ ਭਾਜੀ, ਮੈਨੂੰ ਕਿਹਾ, ਮੈਂ ਕਿਹਾ ਹੁਣ ਤੂੰ ਅਦਰ ਸਾਈਡ, you are now ready to go on the other side of the table, so you see how it works as a guest. ਬਿਲਕੁਲ ਸਹੀ, ਬਿਲਕੁਲ ਸਹੀ। ਸਾਨੂੰ ਬੜਾ ਮਾਣ ਹੈ ਆਸ਼ਮਾ ਜੀ ਤੁਹਾਡੇ ਉੱਤੇ ਵੀ ਔਰ ਗਗਨ ਉੱਤੇ ਵੀ। ਜਦੋਂ ਤੁਸੀਂ ਆਫ ਏਅਰ ਵੀ ਸੀਗੇ ਮੈਂ ਉਦੋਂ ਵੀ ਗੱਲ ਕਰ ਰਿਹਾ ਸੀ ਵੀ ਵੱਡੀ ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਕਿਹੜੇ ਮੁਲਕ ਦੇ ਵਿੱਚ, ਕਿਹੜੇ ਪ੍ਰੋਫੈਸ਼ਨ ਦੇ ਵਿੱਚੋਂ, ਵੱਡੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਮੁੱਚਤਾ ਦੇ ਸੰਕਲਪ ਵਿੱਚ ਅੱਗੇ ਕਿਵੇਂ ਵਧਣਾ। ਜਿਵੇਂ ਸਾਰੇ ਇਕੱਠੇ ਤਰੱਕੀ ਕਰੀਏ, ਇਹ ਕਨਸੈਪਟ ਜਿਹੜਾ ਉਹ ਸਾਨੂੰ ਨਾਲ ਲੈ ਕੇ ਚੱਲਣਾ ਪੈਣਾ। ਸੋ ਇੱਕ ਪ੍ਰੋਫੈਸ਼ਨਲ ਐਡਵਾਈਸ ਜਿਹੜੀ ਖਾਸ ਤੌਰ ਤੇ ਕਾਨੂੰਨੀ ਨੁਕਤਾਏ ਨਜ਼ਰ ਤੋਂ ਤੁਸੀਂ ਦੋਵੇਂ ਪ੍ਰੋਵਾਈਡ ਕਰਦੇ ਹੋ। ਪ੍ਰਾਪਰਟੀ ਲਾਅ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਪ੍ਰਵਾਸੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦੇ ਜ਼ਿਹਨ ਦੇ ਵਿੱਚ ਨਹੀਂ ਆਉਂਦੀਆਂ। ਆਪਾਂ ਅਕਸਰ ਆਸ਼ਮਾ ਜੀ ਆ ਕੇ ਮਿਹਨਤ ਬੜੀ ਕਰਦੇ ਹਾਂ ਔਰ ਉਸ ਸੰਘਰਸ਼ ਦੇ ਵਿੱਚ ਬਹੁਤ ਗੱਲਾਂ ਕਈ ਵਾਰੀ ਇਗਨੋਰ ਕਰ ਜਾਂਦੇ ਹਾਂ। ਸਾਡੀ ਇੰਟੈਂਸ਼ਨ ਰੋਂਗ ਨਹੀਂ ਹੁੰਦੀ, ਲੇਕਿਨ ਸਾਨੂੰ ਪਤਾ ਨਹੀਂ ਹੁੰਦਾ। ਉਹ ਜਾਗਰੂਕਤਾ, ਉਹ ਅਵੇਅਰਨੈਸ ਜਿਹੜੀ ਬਹੁਤ ਘੱਟ ਹੈ। ਅਵੇਅਰਨੈਸ ਦੇ ਮੱਦੇਨਜ਼ਰ ਆਪਾਂ ਗੱਲ ਕਿੱਥੋਂ ਸ਼ੁਰੂ ਕਰੀਏ, ਉਹ ਤੁਸੀਂ ਦੱਸੋ। ਮੈਂ ਸੁਜੈਸਟ ਕਰਾਂਗੀ ਕਿ ਅਸੀਂ ਫਰਸਟ ਹੋਮ ਬਾਇਰ ਨਾਲ ਸ਼ੁਰੂ ਕਰਨੇ ਆ, ਬਿਕਾਜ਼ ਫਰਸਟ ਹੋਮ ਬਾਇਰਸ ਇਜ਼ ਵੈਰੀ ਕ੍ਰੂਸ਼ੀਅਲ ਥਿੰਗ। ਮੇਨਲੀ ਉਹੀ ਹੁੰਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ। ਜਦੋਂ ਤੱਕ ਤੁਸੀਂ ਸੈਕੰਡ ਜਾਂ ਥਰਡ ਘਰ ਲੈਣ ਵਾਲੇ ਹੁੰਦੇ ਹੋ ਨਾ, ਤੁਹਾਨੂੰ ਆਪੇ ਹੀ ਫੀਲ ਆ ਜਾਂਦਾ ਕਿ ਤੁਸੀਂ ਅੱਧੇ ਐਕਸਪਰਟ ਤੇ ਆਪ ਹੀ ਬਣ ਗਏ ਹੋ। ਤੇ ਜਿਹੜਾ ਫਰਸਟ ਹੋਮ ਬਾਇਰ ਹੈ ਉਹਨੂੰ ਨਹੀਂ ਪਤਾ ਕਿਸ ਤਰ੍ਹਾਂ ਦੀ ਕੀ ਸਿਚੁਏਸ਼ਨ ਹੈ, ਕੀ ਕਰਨਾ ਹੈ, ਐਂਡ ਦੇ ਆਰ ਗਾਈਡਡ ਸਮਟਾਈਮਸ ਵੈਲ, ਸਮਟਾਈਮਸ ਮਿਸਗਾਈਡਡ। ਤੇ ਬਿਕਾਜ਼ ਉਹਨਾਂ ਦੇ ਕੋਲ, ਉਹ ਜਿਹਦੇ ਕੋਲ ਵੀ ਜਾਂਦੇ ਨੇ ਤੇ ਦੇ ਜਸਟ ਟਰਸਟ ਦੈਟ ਐਂਡ ਦੈਨ ਦੇ ਫੋਲੋ ਦ ਸਟੈਪਸ। ਸੋ ਦੈਟਸ ਵਾਈ ਪ੍ਰੋਫੈਸ਼ਨਲ ਦਾ ਇੰਟਰਫੇਰੈਂਸ ਉਹਨਾਂ ਦੀ ਜਰਨੀ 'ਚ ਇਜ਼ ਵੈਰੀ ਵੈਰੀ ਇੰਪੋਰਟੈਂਟ। ਐਂਡ ਦੈਟਸ ਵਾਈ ਆਈ ਆਲਵੇਜ਼ ਟੈਲ ਫਰਸਟ ਹੋਮ ਬਾਇਰਸ ਕਿ ਤੁਸੀਂ ਜਦੋਂ ਵੀ ਫਾਈਨਲ ਕਰਨੀ ਹੈ ਕੋਈ ਵੀ ਪ੍ਰੋਪਰਟੀ, ਕੁਛ ਵੀ ਸਾਈਨ ਕਰਨ ਤੋਂ ਪਹਿਲਾਂ ਤੁਸੀਂ ਲਾਇਰ ਨਾਲ ਗੱਲ ਕਰਨੀ ਹੈ, ਬਿਕਾਜ਼ we know the legal terminologies. ਤੁਹਾਨੂੰ ਨਹੀਂ ਸਮਝ ਆਣੀ because you're a common person. Let the experts handle. ਅਸੀਂ ਪਹਿਲੇ ਪੂਰਾ ਵੇਖੀਏ ਤਾਂ ਹੀ ਤੁਸੀਂ ਸਾਈਨ ਕਰੋ, ਬਿਕਾਜ਼ ਇੱਕ ਵਾਰੀ ਸਾਈਨ ਹੋ ਗਿਆ then there is no U-turn. then ਸਾਡੇ ਵਾਸਤੇ ਬਹੁਤ ਔਖਾ ਹੈ ਤੁਹਾਨੂੰ ਸੇਵ ਕਰਨਾ ਨਾ, ਕਿ ਤੁਸੀਂ ਆਊਟ ਆਫ ਹੋ ਜਾਓ ਉਸ ਅਗਰੀਮੈਂਟ ਤੋਂ, you can't buy, their circumstances change ਹੋ ਗਏ ਕੁਛ, then it's very difficult for us to protect you. ਤੇ ਫਰਸਟ ਹੋਮ ਬਾਇਰ ਨਾਲ ਹੀ ਅਸੀਂ ਗੱਲ ਸ਼ੁਰੂ ਕਰਨੀ, ਆਈ ਥਿੰਕ ਦੈਟਸ ਦ ਬੈਸਟ। ਐਂਡ ਸੋ ਫਰਸਟ ਹੋਮ ਬਾਇਰ ਦਾ ਸਭ ਤੋਂ ਪਹਿਲਾ ਪੁਆਇੰਟ ਗਗਨ ਦੱਸੇਗੀ। ਵੈਰੀ ਨਾਈਸ, ਵੈਰੀ ਨਾਈਸ। ਹੋਰ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗੀ ਕਿ ਕਿਤੇ ਨਾ ਕਿਤੇ ਪੰਜਾਬੀ ਸਾਡੇ ਭਾਈਚਾਰੇ ਵਾਸਤੇ ਹੀ ਕਿ ਸਾਨੂੰ ਲੱਗਦਾ ਹੈ ਕਿ ਰੀਅਲ ਅਸਟੇਟ ਏਜੰਟ ਨੂੰ ਇੰਗੇਜ ਕਰਨਾ ਔਰ ਉਸ ਤੋਂ ਬਾਅਦ ਮੌਰਗੇਜ ਬ੍ਰੋਕਰ ਨੂੰ ਇੰਗੇਜ ਕਰਨਾ, ਦੈਟਸ ਇਟ। ਲਾਇਰ ਦੀ ਵਾਰੀ ਆਏਗੀ ਸਭ ਤੋਂ ਐਂਡ 'ਚ, ਬਟ ਦਿਸ ਇਜ਼ ਮਿਥ। ਲਾਇਰ ਦੀ ਵਾਰੀ ਸਭ ਤੋਂ ਪਹਿਲਾਂ ਆਣੀ ਚਾਹੀਦੀ ਹੈ। ਜੋ ਤੁਸੀਂ ਡਰਾਫਟ ਕਰਾਉਂਦੇ ਹੋ ਐਗਰੀਮੈਂਟ, ਕਿ ਤੁਸੀਂ ਨਹੀਂ ਚਾਹਦੇ ਕਿ ਤੁਸੀਂ ਕਿੱਥੇ ਸਾਈਨ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਜਿਹੜੇ ਟਾਈਟਲ ਤੁਸੀਂ ਲੈਣਾ ਹੈ ਕਿ ਉਹਦੇ ਤੇ ਕਿਹੋ ਜਿਹੀਆਂ ਰੈਸਟ੍ਰਿਕਸ਼ਨਸ ਨੇ, ਕੀ ਚੀਜ਼ਾਂ ਨੇ, ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਪਤਾ ਹੋਵੇ। ਤਾਂ ਬੈਟਰ ਕਿ ਤੁਸੀਂ ਲਾਇਰ ਨੂੰ ਸਭ ਤੋਂ ਪਹਿਲਾਂ ਇੰਗੇਜ ਕਰੋ, ਉਹਨੂੰ ਗੱਲ ਦੱਸੋ ਕਿ ਮੈਂ ਇੱਥੇ ਪ੍ਰੋਪਰਟੀ ਲੈਣੀ ਹੈ ਤੇ ਆਹ ਵਾਲਾ ਡਰਾਫਟ ਮੈਂ ਐਗਰੀਮੈਂਟ ਕੀਤਾ ਹੈ, ਕੈਨ ਯੂ ਪਲੀਜ਼ ਗੋ ਥਰੂ ਫॉर ਮੀ। ਸੋ ਦਿਸ ਸ਼ੁੱਡ ਬੀ ਦ ਵੇ। ਪਰ ਸਮਹਾਉ ਸਾਡੇ ਲੋਕਾਂ ਨੂੰ ਇਹ ਕਿ ਉਹ ਮੌਰਗੇਜ ਬ੍ਰੋਕਰ ਨੂੰ ਵੀ ਇੰਗੇਜ ਕਰ ਲੈਂਦੇ ਆ, ਰੀਅਲ ਅਸਟੇਟ ਏਜੰਟ ਨੂੰ ਵੀ ਹੈ, ਔਰ ਲਾਇਰ ਨੂੰ ਇੱਕ ਦਿਨ ਦਿੰਦੇ ਆ ਵੀ ਆਹ ਦੇਖੋ ਮੇਰਾ ਐਗਰੀਮੈਂਟ ਪੜ੍ਹ ਲਓ, ਔਰ ਉਹ ਵੀ ਸਾਈਨ ਕੀਤਾ ਕਰਾਇਆ।
ਔਰ ਕਈ ਵਾਰੀ ਤੇ ਇਹ ਹੁੰਦਾ ਕਿ ਟੌਪ ਪੇਜ ਤੇ ਲਿਖਿਆ ਹੁੰਦਾ ਹੈ ਕਿ ਜਦੋਂ ਐਗਰੀਮੈਂਟ ਅਨਕੰਡੀਸ਼ਨਲ ਹੋਣਾ ਹੈ ਉਦੋਂ ਪੇ ਕਰਨਾ ਹੁੰਦਾ ਹੈ, ਯੂਜੂਅਲੀ ਇਹ ਲਿਖਿਆ ਹੁੰਦਾ ਹੈ। ਕਈ ਵਾਰੀ ਉਹ ਸਾਈਨ ਕਰ ਦਿੰਦੇ ਆ ਕਿ ਜਦੋਂ ਸਾਈਨ ਹੋਣਾ ਹੈ ਉਸੇ ਦਿਨ ਪੇ ਕਰਨਾ ਹੈ ਤੁਸੀਂ 200,000 ਔਰ ਸਮਥਿੰਗ। ਫਿਰ ਉਹ ਇੱਕਦਮ ਬੌਖਲੇ ਹੋਏ ਆ ਜਾਂਦੇ ਕਿ ਹਾਏ ਇਹ ਕੀ ਹੋ ਗਿਆ, ਮੈਂ ਤਾਂ ਅਨਕੰਡੀਸ਼ਨਲ ਤੇ ਪੇ ਕਰਨਾ ਸੀ। ਉਦੋਂ ਮੈਂ ਕਹਿੰਦੀ ਕਿ ਤੁਸੀਂ ਸਾਨੂੰ ਕਿਉਂ ਨਹੀਂ ਪੜਾਇਆ? ਅਗਰ ਤੁਹਾਨੂੰ ਨਹੀਂ ਸਮਝ ਆਈ ਤਾਂ ਐਟ ਲੀਸਟ ਤੁਸੀਂ ਆਪਣੇ ਲਾਇਰ ਨਾਲ ਗੱਲ ਤੇ ਕਰ ਲਓ ਨਾ। ਬਟ ਯਾ ਦਿਸ ਇਜ਼ ਦ ਮੇਨ ਥਿੰਗ ਕਿ ਸਾਨੂੰ ਆਪਣੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਡਰਾਫਟ ਐਗਰੀਮੈਂਟ ਭੇਜੋ ਆਪਣੇ ਲਾਇਰ ਨੂੰ। ਪਤਾ ਕੀ ਹੁੰਦਾ ਹੈ ਮਾਰਕੀਟ ਵਿੱਚ ਨਾ, ਇਹ ਹੈਗੀ ਹੈ ਮਿਥ, ਜਿਵੇਂ ਗਗਨ ਨੇ ਕਿਹਾ, ਸਭ ਨੂੰ ਲੱਗਦਾ ਹੈ ਅਸੀਂ ਪਹਿਲਾਂ ਤੋਂ ਅਗਰ ਲਾਇਰ ਕਰ ਲਈਏ ਤਾਂ ਸਾਨੂੰ ਬੜੇ ਸਾਰੇ ਲੀਗਲ ਫੀਸ ਦੇਣੀ ਪਏਗੀ। ਇਸ ਤਰ੍ਹਾਂ ਨਹੀਂ ਹੁੰਦਾ। ਲਾਈਕ ਆਵਰ ਫੀਸ ਮੇਨਲੀ ਇਜ਼ ਫਿਕਸਡ ਫੀ। ਅਸੀਂ ਜਿਹੜੀ ਫੀਸ ਕੋਟ ਕਰਨੇ ਆ ਫਰਮ A to Z ਪੂਰੀ ਪ੍ਰੋਸੈਸ ਦੀ ਉਹ ਫੀਸ ਹੈ। ਤੇ ਤੁਸੀਂ ਤੁਹਾਨੂੰ ਅਗਰ ਉਹ ਸ਼ੁਰੂ ਚ ਇੰਗੇਜ ਕਰੋ ਜਾਂ ਥੋੜੇ ਦਿਨਾਂ ਬਾਅਦ ਇੰਗੇਜ ਕਰੋ, ਫੀਸ ਉਹੀ ਹੀ ਰਹਿਣੀ ਹੈ। ਤੇ ਵਾਈ ਨਾਟ ਸਟਾਰਟ ਫਰਮ ਦ ਬਿਗਨਿੰਗ? ਕੁਝ ਵੀ ਸਕਰੂ ਹੋਣ ਤੋਂ ਪਹਿਲਾਂ ਇੰਗੇਜ ਕਰੋ, ਉਹ ਬੈਟਰ ਹੈ। ਸੋ that is one of the thing, that is engagement thing. But ਚਲੋ ਤੁਸੀਂ ਅਗਰ ਫਰਸਟ ਹੋਮ ਬਾਇਰ ਹੋ, ਸਭ ਤੋਂ ਪਹਿਲਾਂ ਤੁਹਾਨੂੰ before even you go out and look for a property, you need to first sort out your finance. ਅਗਰ ਤੁਹਾਡਾ finance sorted ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡਾ ਕਿੰਨਾ ਬਜਟ ਹੈ, ਕਿ ਤੁਸੀਂ ਕਿੰਨੇ ਤੱਕ ਦੀ ਪ੍ਰਾਪਰਟੀ ਲੈ ਸਕਦੇ ਹੋ। ਤੇ ਤੁਸੀਂ ਦੇਖੀ ਜਾਓ ਕਰਾਕਾ ਚ, ਤਾਂ ਤੁਸੀਂ ਦੇਖੀ ਜਾਓ ਫਲੈਟ ਬੁਸ਼ ਚ, ਉਹਦਾ ਕੀ ਫਾਇਦਾ ਜੇ ਤੁਹਾਡਾ ਅਪਰੂਵ ਹੀ ਨਹੀਂ ਹੋਣਾ ਲੋਨ। ਸਪੋਜ਼ ਤੁਹਾਡਾ ਲੋਨ ਹੀ 8.5 ਦਾ ਅਪਰੂਵ ਹੋਣਾ, ਤੁਸੀਂ 1.2 ਦੀ ਪ੍ਰਾਪਰਟੀ ਪਸੰਦ ਕਰਕੇ ਆ ਗਏ ਤਾਂ ਉਹਦਾ ਕੋਈ ਫਾਇਦਾ ਨਹੀਂ ਨਾ, ਤਾਂ ਤੁਹਾਡੇ ਕੋਲ ਹੈ ਹੀ ਨਹੀਂ ਇੰਨੇ ਪੈਸੇ। ਤੇ ਸਭ ਤੋਂ ਪਹਿਲਾਂ ਆਪਣਾ ਫਾਈਨੈਂਸ ਸੌਰਟ ਆਊਟ ਕਰਾਓ। ਮੌਰਗੇਜ ਬ੍ਰੋਕਰ ਤੋਂ ਕਰਾਓ ਜਾਂ ਬੈਂਕ ਤੋਂ ਕਰਾਓ, ਉਹ ਕੰਪਲੀਟਲੀ ਯੋਰ ਚੋਇਸ। ਬਟ ਤੁਹਾਡਾ ਫਾਈਨੈਂਸ ਸਭ ਤੋਂ ਪਹਿਲਾਂ ਸੌਰਟ ਆਊਟ ਹੋਣਾ ਚਾਹੀਦਾ। ਸੋ ਬਹੁਤ ਲੋਕ ਆ, ਮੈਂ ਤੁਹਾਡੀ ਗੱਲ ਵਿਚਾਲੇ ਕੱਟ ਰਿਹਾ, ਬਹੁਤ ਲੋਕ ਆ ਜਿਹੜੇ ਅਕਸਰ ਇਹ ਦਾਅਵਾ ਕਰਦੇ ਆ ਸ਼ਮਾ ਜੀ ਕਿ ਅੰਡਰ ਵਨ ਰੂਫ ਵੀ ਆਰ ਪ੍ਰੋਵਾਈਡਿੰਗ ਦਿਸ ਸਰਵਿਸਿਜ਼। ਉਹਦੇ ਚ ਕੀ ਹੋ ਰਿਹਾ? ਜਿਵੇਂ ਹੁਣ ਫਰਜ਼ ਕਰੋ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਗੱਲ ਹੈ ਕਿ ਜਿਹੜਾ ਪ੍ਰੋਪਰਟੀ ਵਾਲਾ ਵਕੀਲ ਆ, ਗਗਨ ਨੇ ਬਿਲਕੁਲ ਸਹੀ ਪੁਆਇੰਟ ਰੇਜ਼ ਕੀਤਾ ਕਿ ਆਖਰ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਟੱਚ ਹੋਈਦਾ। ਸਪੋਜ਼ ਕੋਈ ਬੰਦਾ ਫਸਟ ਹੋਮ ਬਾਇਰ ਆ, ਉਹ ਪ੍ਰੀ ਅਪਰੂਵਲ ਵਾਸਤੇ ਉਹ ਵਿਚਾਰਾ ਲੱਭ ਰਿਹਾ ਕੋਈ ਬੰਦਾ, ਤਾਂ ਤੁਹਾਡੇ ਕੋਲ ਤੁਹਾਡੀ ਟੀਮ ਦੇ ਵਿੱਚ ਕੋਈ ਰਿਕਮੈਂਡੇਸ਼ਨਸ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ? We do recommend, because see, we work as a team with all the mortgage brokers, all the agents. Excellent. ਸਾਨੂੰ ਪਤਾ ਹੈ ਕਿ ਕਿਹਦੇ ਨਾਲ ਇੱਕ ਹੁੰਦਾ ਨਾ, ਕੌਣ ਅੱਛੀ ਤਰ੍ਹਾਂ ਸਮਝ ਸਕਦਾ ਹੈ ਕਿਸ ਤਰ੍ਹਾਂ ਦੀ ਨੀਡ। ਫੋਰ ਐਗਜ਼ਾਮਪਲ ਹੁਣ ਮੇਰੇ ਕੋਲ ਅਗਰ ਸਪੋਜ਼ ਕੋਈ ਟੌਂਗਨ ਆਉਂਦਾ ਹੈ ਕਲਾਇੰਟ, ਆਈ ਐਮ ਓਨਲੀ ਗਿਵਿੰਗ ਐਗਜ਼ਾਮਪਲ, ਤੇ ਮੈਨੂੰ ਪਤਾ ਹੈ ਉਹਨੂੰ ਅਗਰ ਲੈਂਗੁਏਜ ਬੈਰੀਅਰ ਹੈ ਜਾਂ ਕੁਛ ਹੈ, ਤੇ ਵੀ ਹੈਵ ਅ ਟੌਂਗਨ ਮੌਰਗੇਜ ਬ੍ਰੋਕਰ, ਸੋ ਆਈ ਵਿਲ ਰੈਫਰ ਹਿਮ ਟੂ ਦੈਟ ਬ੍ਰੋਕਰ ਸੋ ਦੈਟ ਐਟਲੀਸਟ ਉਹਦੀ ਲੈਂਗੁਏਜ ਬੈਰੀਅਰ ਤੇ ਹਟੇ ਨਾ ਸਭ ਤੋਂ ਪਹਿਲਾਂ। ਬਿਕਾਜ਼ ਫਾਈਨੈਂਸ ਡਿਸਕਸ ਕਰਨਾ ਇਜ਼ ਅ ਵੈਰੀ ਸੈਂਸਿਟਿਵ ਇਸ਼ੂ, ਹਰ ਕੋਈ ਨਹੀਂ ਕਰ ਸਕਦਾ ਕਿਸੇ ਦੇ ਨਾਲ ਵੀ। ਤੇ ਵੀ ਅੰਡਰਸਟੈਂਡ ਦ ਕਲਾਇੰਟਸ ਨੀਡ ਐਂਡ ਦੈਨ ਵੀ ਰੈਫਰ ਟੂ ਦੋਸ ਪਾਰਟਿਕੂਲਰ ਪੀਪਲ। ਸਾਡੇ ਕੋਲ ਹੈਗੇ ਨੇ ਲੋਕੀ whom we refer, and we work as a team, as professionals, to make the deal go through, not to break the deal. So agar suppose mortgage broker nu lawyer to koi papers chahiye ne, koi documents chahiye ne, if we recommend that mortgage broker, so we work as a team. So instead of bothering the client, they contact us, acha mainu is client de ਇਹ ਚੀਜ਼ਾਂ ਦੇ ਦਿਓ ਤੁਸੀਂ। ਬਿਲਕੁਲ ਸਹੀ। ਜਿਹੜਾ ਫਰਸਟ ਹੋਮ ਬਾਇਰ ਉਹਨੂੰ ਵੀ ਨਹੀਂ ਪਤਾ ਨਾ ਕਿ ਕਿਹੜੀਆਂ ਚੀਜ਼ਾਂ ਨੇ, ਘਬਰਾ ਨਾ ਜਾਏ, ਤੇ ਡਾਇਰੈਕਟਲੀ ਆਸਕ ਅਸ ਐਂਡ ਵੀ ਡਾਇਰੈਕਟਲੀ ਗਿਵ ਇਟ ਟੂ them. It's more easier, more smoother for the first home buyers. ਬਿਲਕੁਲ ਸਹੀ, ਬਿਲਕੁਲ ਸਹੀ। ਫਸਟ ਹੋਮ ਬਾਇਰ ਦੀ ਜਦੋਂ ਗੱਲ ਹੁੰਦੀ ਹੈ, ਨਾਲ ਗਗਨ ਅਸੀਂ ਚਰਚਾ ਉਹਨਾਂ ਲੋਕਾਂ ਦੀ ਵੀ ਕਰਨੀ ਚਾਹਾਂਗੇ ਜਿਹੜੇ ਐਕਸੀਡੈਂਟਲ ਇਨਵੈਸਟਰਸ ਬਣ ਜਾਂਦੇ ਆ ਜਾਂ ਫਿਰ ਪ੍ਰੋਪਰਲੀ ਇਸ ਫੀਲਡ ਦੇ ਵਿੱਚ ਆਉਂਦੇ ਆ ਕਿ ਨਹੀਂ ਯਾਰ ਅਸੀਂ 4-5 ਬੰਦਿਆਂ ਨੇ ਇਕੱਠੇ ਹੋ ਕੇ ਪ੍ਰੋਪਰਟੀ ਇਨਵੈਸਟਮੈਂਟ ਕਰਨੀ ਆ। ਸੋ ਉਹਨਾਂ ਹਾਲਾਤਾਂ ਦੇ ਵਿੱਚ ਫਰਕ ਕੀ ਆ? ਮੈਂ ਸਮਝਦਾ ਲੈਂਗੁਏਜ ਬੈਰੀਅਰ ਦੀ ਗੱਲ ਜਿਹੜੀ ਉਹ ਬਹੁਤ ਇੰਪੋਰਟੈਂਟ ਆ, ਜਿਹੜੀ ਪਹਿਲਾਂ ਅਸ਼ਮਾ ਹੁਣਾਂ ਨੇ ਕੀਤੀ ਆ। ਹੋਰ ਕਿਹੜੀਆਂ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਫਰਕ ਡਿਫਰੈਂਸ਼ੀਏਟ ਕਰਦੇ ਹੋ? ਜਦੋਂ ਇੱਕ ਫਸਟ ਹੋਮ ਬਾਇਰ ਤੁਹਾਡੇ ਕੋਲ ਆਉਂਦਾ, ਉਸ ਦੀਆਂ ਰਿਕੁਆਇਰਮੈਂਟਸ ਕੀ ਹੁੰਦੀਆਂ? ਜਦੋਂ ਇੱਕ ਪ੍ਰੋਪਰਟੀ ਇਨਵੈਸਟਰ ਆਉਂਦਾ ਤਾਂ ਲੀਗਲ ਐਂਗਲ ਤੋਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਦੇ ਹੋ? ਸਭ ਤੋਂ ਪਹਿਲਾਂ ਤੇ ਜਦੋਂ ਵੀ ਸਾਡੇ ਕੋਲ ਕੋਈ ਏਦਾਂ ਦਾ ਬੰਦਾ ਆਉਂਦਾ ਹੈ ਜਿਹੜਾ ਜਿੱਦਾਂ ਹੁਣ ਮਾਰਕੀਟ ਬਹੁਤ ਹੌਟ ਸੀ ਪਿੱਛੇ ਜੇ, ਹੁਣ ਇੱਕਦਮ ਹੁਣ ਛੋਟੇ ਇਨਵੈਸਟਰ ਜਿਹੜੇ ਆ ਉਹਨਾਂ ਦਾ ਜਿਹੜਾ ਡਿਪੋਜ਼ਿਟ ਸੀ ਉਹ ਫੋਰਫਿਟ ਹੋ ਗਿਆ, ਤੇ ਉੱਥੇ ਕਲਾਇੰਟ ਨੂੰ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ ਐਟ ਦਾ ਫਸਟ ਸਟੈਪ, ਕਿ ਤੁਸੀਂ ਤੁਹਾਡੇ ਕੋਲ ਬੈਕਅਪ ਪੈਸਾ ਹੈਗਾ ਹੈ, ਕੱਲ ਨੂੰ ਔਨ ਸੈਲ ਨਹੀਂ ਹੋਇਆ ਤੁਹਾਡੀ ਐਗਰੀਮੈਂਟ
ਨਹੀਂ ਤੁਹਾਨੂੰ ਕੋਈ ਨਵਾਂ ਬਾਇਰ ਲੱਭਾ, ਕੀ ਤੁਹਾਡੇ ਕੋਲ ਕੁਝ ਬੈਕਅਪ ਪੈਸਾ ਹੈਗਾ ਜਿਹੜਾ ਤੁਸੀਂ ਇਨਵੈਸਟ ਕਰ ਸਕੋ। ਔਰ ਉੱਥੇ ਅਸੀਂ ਆਪਣੇ ਕਲਾਇੰਟ ਨੂੰ ਇਹ ਵੀ ਐਜੂਕੇਟ ਕਰਦੇ ਹਾਂ, देयर आर ਚਾਂਸਸ ਕਿ ਤੁਹਾਡਾ ਜਿਹੜਾ ਡਿਪੋਜ਼ਿਟ ਹੈ ਫੋਰਫਿਟ ਹੋ ਜਾਏਗਾ। ਸਿਰਫ ਫੋਰਫਿਟ ਨਹੀਂ ਹੋਏਗਾ, ਤੁਹਾਨੂੰ ਵੈਂਡਰ ਕੋਰਟ ਵੀ ਲੈ ਕੇ ਜਾ ਸਕਦਾ ਹੈ ਸਪੈਸੀਫਿਕ ਪਰਫਾਰਮੈਂਸ ਵਾਸਤੇ, ਔਰ ਤੁਹਾਨੂੰ ਉਹਦੇ ਲਾਇਰ ਦੀ ਲੀਗਲ ਫੀਸ ਵੀ ਪੇ ਕਰਨੀ ਪੈਗੀ। ਸੋ ਸਾਰੀਆਂ ਚੀਜ਼ਾਂ ਅਸੀਂ ਉਹਨੂੰ ਇਨਫੋਰਮ ਕਰਦੇ ਹਾਂ। ਅਗਰ ਫਿਰ ਵੀ ਉਹ ਇਹਦੇ ਵਿੱਚ ਜੰਪ ਕਰਨਾ ਚਾਹੁੰਦਾ ਦੈਨ ਦੈਟਸ देयर ਕਾਲ। ਬਿਲਕੁਲ ਸਹੀ। ਡਿਫਰੈਂਸ ਮੇਨ ਕੀ ਹੁੰਦਾ ਹੈ ਨਾ ਭਾਜੀ ਇਹਦੇ ਵਿੱਚ ਕਿ ਫਰਸਟ ਹੋਮ ਬਾਇਰਸ ਐਕਚੁਅਲੀ ਬਿਕੋਜ਼ ਵੀ ਆਰ ਵਰਕਿੰਗ ਇਨ ਦਿਸ ਏਰੀਆ ਫਰਮ ਅ ਵੈਰੀ ਲੌਂਗ ਟਾਈਮ ਔਨ ਅ ਲਾਈਟਰ ਸਾਈਡ, ਸ਼ਕਲ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਫਰਸਟ ਹੋਮ ਬਾਇਰ ਨੇ ਕਿ ਇਨਵੈਸਟਰਸ ਨੇ। ਬਟ ਦ ਕਾਈਂਡ ਆਫ ਕੁਐਸਚਨਸ ਦੇ ਆਸਕ ਯੂ ਕੈਨ ਯੂ ਐਕਚੁਅਲੀ ਗੈਟ ਟੂ ਨੋ। ਜਦੋਂ ਇਨਵੈਸਟਰ ਆਂਦਾ ਹੈ ਨਾਰਮਲੀ ਫਰਸਟ, ਮੈਂ ਜਿਵੇਂ ਤੁਹਾਨੂੰ ਪਹਿਲੇ ਕਿਹਾ ਨਾ ਕਿ ਅਗਰ ਉਹਦੇ ਸੈਕੰਡ ਜਾਂ ਥਰਡ ਪ੍ਰਾਪਰਟੀ ਤੇ ਆਪਣੇ ਆਪ ਹੀ ਅੱਧਾ ਐਕਸਪਰਟ ਤੇ ਵੈਸੇ ਹੀ ਬਣਿਆ ਹੋਇਆ ਬੰਦਾ, ਤੇ ਉਹ ਕੁਐਸਚਨਸ ਵੀ ਐਕਸਪਰਟ ਵਾਲੇ ਪੁੱਛਦੇ ਨੇ। ਮੈਂ ਨਾਰਮਲੀ ਇਹ ਫੋਕਸ ਕਰਨੀ ਹੈ ਕਿ ਇਫ ਦੇ ਆਰ ਬਾਇੰਗ ਐਨ ਇਨਵੈਸਟਮੈਂਟ ਪ੍ਰਾਪਰਟੀ ਇਨ ਅ ਪਾਰਟਨਰਸ਼ਿਪ ਸਿਨੈਰੀਓ, ਪਾर्टनरशिप सिनेरियो अगर कर रहे हैं, इज देयर एनी पार्टनरशिप अग्रीमेंट इन प्लेस बिटवीन देम? कल नु देखो हैप्पी गो लकी जब चल रही होती है सारी चीजें तो एवरीथिंग इज फाइन। जब कस्टर्ड हो जाता है ना तो सारे ब्लेम गेम शुरू हो जाते हैं एक दूसरे ते। एग्जैक्टली आवर जॉब इज टू प्रोटेक्ट एंड थिंक अबाउट व्हेन द रेनी डे विल कम, देन व्हाट विल हैपन। ਤੇ what we do is मैं पूछ लेनी है उसी टाइम कि ਤੁਹਾਡਾ ਕੋਈ ਪਾਰਟਨਰਸ਼ਿਪ ਐਗਰੀਮੈਂਟ ਹੈ। ਜੇ ਅਗਰ ਨਹੀਂ ਹੈ ਤੇ are you buying under a company where you can be directors and shareholders? because ਉਹਦੇ ਅੰਦਰ ਫਿਰ ਸਾਰੇ ਰਿਸਪੌਂਸਿਬਿਲਿਟੀਜ਼ ਐਂਡ ਐਸੈਟਸ ਐਂਡ ਐਵਰੀਥਿੰਗ ਇਜ਼ ਇਕੁਅਲ। ਠੀਕ ਹੈ ਨਾ, ਉਹਨਾਂ ਨੂੰ ਰਾਈਟਸ ਮਿਲ ਜਾਂਦੇ ਨੇ। So, you know, for those investors, we go through that path. But for a first home buyer, we don't even discuss about those companies and all that stuff or trust or anything. We don't need to. ਬਿਕਾਜ਼ ਪਹਿਲੇ ਤੇ ਹਲੇ ਤਾਂ ਉਹਨਾਂ ਨੇ ਪ੍ਰੋਪਰਟੀ ਲਿੱਤੀ ਨਹੀਂ, ਲਾਈਕ ਫਰਸਟ ਸਟੈਪ ਹੀ ਨਹੀਂ ਹੋਇਆ ਪ੍ਰੋਪਰਟੀ ਮਾਰਕੀਟ ਵਿੱਚ, ਦੈਨ ਇਟਸ ਟੂ ਕੰਪਲਿਕੇਟਡ ਫॉर them to even understand। ਬਿਲਕੁਲ ਸਹੀ। ਜਿਵੇਂ ਫॉर ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ, ਟਰਸਟ ਬਾਰੇ ਬਹੁਤ ਲੋਕੀ ਆਉਂਦੇ ਨੇ, ਫਰਸਟ ਹੋਮ ਬਾਇਰਸ ਬਹੁਤ ਆਉਂਦੇ ਨੇ ਕਿ ਅਸੀਂ ਪਹਿਲਾ ਘਰ ਲੈ ਰਹੇ ਹਾਂ, ਅਸੀਂ ਟਰਸਟ ਵਿੱਚ ਪਾ ਦਈਏ। ਤੁਸੀਂ ਪੁੱਛੋ ਕਿਉਂ? ਉਹ ਮੇਰੇ ਫਰੈਂਡ ਨੇ ਪਾਇਆ ਇਸ ਕਰਕੇ। ਬਈ ਤੁਹਾਡੇ ਫਰੈਂਡ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ, ਤੁਹਾਡੀ ਡਿਫਰੈਂਟ ਹੋਏਗੀ। So you have to assess. We sit with them, we explain them, do you really need a trust or not? ਭਾਜੀ ਸਾਡੇ ਵਾਸਤੇ ਤਾਂ ਬਹੁਤ ਵਧੀਆ, ਸਾਰੇ ਲੋਕੀ ਟਰਸਟ ਬਣਾਓ, ਸਾਨੂੰ ਲੀਗਲ ਫੀਸ ਬਹੁਤ ਵਧੀਆ ਮਿਲ ਜਾਣੀ ਹੈ। ਬਟ ਇਟਸ ਨਾਟ ਅਬਾਊਟ ਲੀਗਲ ਫੀਸ, ਇਟਸ ਅਬਾਊਟ ਦ ਰਾਈਟ ਐਜੂਕੇਸ਼ਨ। ਕਿ ਤੁਹਾਨੂੰ ਚਾਹੀਦੀ ਵੀ ਹੈ ਕਿ ਤੁਸੀਂ ਬਸ ਐਵੇਂ ਭੇੜ ਚਾਲ ਹੋ ਗਈ, ਜਿਸ ਉਹ ਬਣਾ ਰਿਹਾ ਤੇ ਮੈਂ ਵੀ ਬਣਾਣਾ। ਬਿਲਕੁਲ ਸਹੀ। ਟਰਸਟ ਇਜ਼ ਨਾਟ ਫॉर एवरीवन। ਔਰ ਮੈਨੂੰ ਇਹ ਕਹਿਣ ਦੀ ਇਜਾਜ਼ਤ ਦਿਓ, ਇਦਾਂ ਹੋ ਰਿਹਾ ਸਾਡੀ ਕਮਿਊਨਿਟੀ 'ਚ, ਇਹ ਬੜੀ ਕਾਮਨ ਗੱਲ ਆ, ਬਹੁਤ ਕਾਮਨ ਹੈ। और फिर की कहते कहते अच्छा नहीं उधर लॉयर ने तो बना देता, तुसी क्यों नहीं सुनते? मैं कहा भाई ਤੁਹਾਨੂੰ ਲੋੜ ਹੀ ਨਹੀਂ, ਤੁਸੀਂ ਕਿਉਂ ਬਣਾਣੀ ਹੈ? ਕੋਈ ਰੀਜ਼ਨ ਵੀ ਤੇ ਹੋਏ ਕਿ ਹਾਂ ਉਹਨੇ ਬਣਾਈ ਤੇ ਮੈਂ ਵੀ ਬਣਾਣਾ। ਤਾਂ ਇਟਸ ਨਾਟ ਫॉर एवरीवन। आई थॉट कि while we are talking on a first home buyer, ਮੈਂ ਜ਼ਰੂਰ ਟੌਪਿਕ ਚ, ਕਿਉਂਕਿ ਇਹ ਆਲਮੋਸਟ ਰੋਜ਼ ਕੁਝ ਨਾ ਕੁਝ ਆ ਹੀ ਜਾਂਦਾ ਇਸ ਤਰ੍ਹਾਂ ਦਾ ਕਿ ਸਾਨੂੰ ਟਰਸਟ ਬਣਾਣੀ ਹੈ, ਉਹਨਾਂ ਨੂੰ ਨਹੀਂ ਪਤਾ ਕਿਉਂ ਬਣਾਣੀ ਹੈ। ਵੈਸੇ ਵੀ ਮੈਂ ਇੱਕ ਚੀਜ਼ ਜਾਣਦਾ, ਜਿਹੜੀ ਲੀਗਲ ਐਸੋਸੀਏਟਸ ਦੀ ਟੀਮ ਆ, ਉਹ ਪੈਸੇ ਕਮਾਉਣ 'ਚ ਯਕੀਨ ਨਹੀਂ ਕਰਦੀ, ਉਹ ਬੰਦੇ ਕਮਾਉਣ 'ਚ ਯਕੀਨ ਕਰਦੀ ਆ। ਕਿਉਂਕਿ ਤੁਹਾਡੀ ਜਿਹੜੀ ਡੀਲਿੰਗ ਆ ਉਹਦੇ ਵਿੱਚ ਜਿਹੜੇ ਭਾਈਚਾਰੇ ਦੀਆਂ ਜਿੰਨੀਆਂ ਐਕਟੀਵਿਟੀਜ਼ ਹੁੰਦੀਆਂ, ਉੱਥੇ ਤੁਸੀਂ ਅਕਸਰ ਉਹਨਾਂ ਦੀ ਸਪੋਰਟ ਕਰਨ ਦੇ ਵਿੱਚ ਅਕਸਰ ਮੈਂ ਤੁਹਾਨੂੰ ਦੇਖਦਾ, ਸਾਡੀ ਬਹੁਤ ਜਗ੍ਹਾ ਮੁਲਾਕਾਤ ਹੁੰਦੀ ਆ। ਮੈਨੂੰ ਪਰਸਨਲੀ ਇਹ ਚੀਜ਼ ਬਹੁਤ ਮੁਤਾਸਰ ਕਰਦੀ ਆ। ਉਹਦੇ ਨਾਲ ਜਿਹੜਾ ਕੋਈ ਵੀ ਤੁਹਾਡਾ ਕਲਾਇੰਟ ਆ, ਉਹ ਇਹ ਖੁੱਲ੍ਹ ਲੈ ਲੈਂਦਾ ਕਿ ਇਹਨਾਂ ਦੇ ਨਾਲ ਮੈਂ ਦਿਲ ਦੀ ਗੱਲ ਖੁੱਲ੍ਹ ਕੇ ਕਰ ਸਕਦਾ। ਸੋ ਅਗਰ ਜਦੋਂ ਪੰਜਾਬੀ ਕਲਾਇੰਟ ਜਿਹੜਾ ਆ ਉਹ ਤੁਹਾਡੇ ਕੋਲ ਪਹੁੰਚਦਾ, ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਮਾਂਡਸ ਰੱਖਦਾ ਕਿ ਸਾਨੂੰ ਤੁਸੀਂ ਪ੍ਰੋਪਰ ਗਾਈਡ ਕਰ ਦਿਓ। ਅਸ਼ਮਾ ਉਹਨਾਂ ਨੇ ਗੱਲ ਕਰਤੀ, ਜਿਹੜੀ ਪਰਿਵਾਰਾਂ ਦੇ ਵਿੱਚ ਵਸੀਅਤ ਦੀ ਗੱਲ ਬਹੁਤ ਘੱਟ ਹੁੰਦੀ ਆ, ਬੰਦ ਕਮਰਿਆਂ ਦੇ ਵਿੱਚ ਚਰਚਾ ਜ਼ਰੂਰ ਹੁੰਦੀ ਆ। ਮੈਂ ਚਾਹੂੰਗਾ ਕਿ ਉਹਦੀ ਵੀ ਗੱਲ ਇੱਥੇ ਕੀਤੀ ਜਾਵੇ। ਨਿਊਜ਼ੀਲੈਂਡ ਦੇ ਪੰਜਾਬੀ ਸਮਾਜ ਦੇ ਵਿੱਚ ਜਾਂ ਭਾਰਤੀ ਸਮਾਜ ਦੇ ਵਿੱਚ ਇਹਦੇ ਬਾਰੇ ਖੁੱਲ੍ਹ ਕੇ ਗੱਲ ਹੁੰਦੀ ਨਹੀਂ ਹੁੰਦੀ। ਮੈਂ ਚਾਹਾਂਗਾ ਇਹਦੇ ਬਾਰੇ ਜ਼ਰੂਰ ਚਰਚਾ ਕਰੋ। Paji, they don't want to think about death. They don't want to talk about death. And that is a reality. It will come one day or the other. But look, it's our culture, I think, is tarah that we don't want to think about it. The think ही नहीं करोगे तो action कित्थों होना? ਐਗਜ਼ੈਕਟਲੀ। ਜਿਸ ਦਿਨ ਬਿੱਲ ਬਣ ਜਾਂਦੀ ਉਦਾਂ ਉਹਨਾਂ ਨੂੰ ਫੀਲ ਹੁੰਦਾ ਕਿ ਬਸ ਅਸੀਂ ਤੇ ਮਰ ਗਏ, ਪ੍ਰਾਪਰਟੀ ਸਾਡੇ ਹੱਥੋਂ ਗਈ, ਬੱਚੇ ਲੈ ਗਏ ਪ੍ਰਾਪਰਟੀ। ਮੈਂ ਹਾਲੇ ਔਨ ਦਿਸ ਪਲੇਟਫਾਰਮ ਇੱਕ ਗੱਲ ਮੇਰਾ ਬਹੁਤ ਕਰੰਟ ਇੱਕ ਐਕਸਪੀਰੀਅੰਸ ਹੋਇਆ ਸਾਡੇ ਕਲਾਇੰਟ ਨਾਲ ਹੀ, ਪੰਜਾਬੀ ਫੈਮਿਲੀ ਦੇ ਨਾਲ ਹੈਗੇ ਨੇ ਉਹ। ਬਿਕਾਜ਼ ਆਪਣੇ ਹੁੰਦੇ ਪੇਰੈਂਟਸ ਕਈ ਵਾਰੀ ਹੁੰਦਾ ਨਾ, ਦੇ ਦਿੰਦੇ ਨੇ ਆਪਣੀ ਪ੍ਰਾਪਰਟੀ ਬੱਚਿਆਂ ਨੂੰ, ਤੇ ਉਹਨਾਂ ਨੇ ਆਪਣੇ ਬੱਚੇ ਨੂੰ ਪ੍ਰਾਪਰਟੀ ਦੇ ਦਿੱਤੀ, ਬੱਚੇ ਨੇ ਮਾਪਿਆਂ ਨੂੰ ਘਰੋਂ ਕੱਢ ਦਿੱਤਾ। ਹੁਣ ਅਸੀਂ ਹਾਈ ਕੋਰਟ ਗਏ ਆ, ਅਸੀਂ ਉਹ ਪ੍ਰਾਪਰਟੀ ਵਾਪਸ ਦਿਲਾਈ ਆ ਉਹਨਾਂ ਨੂੰ, ਮਾਪਿਆਂ ਨੂੰ, ਕਿਉਂਕਿ ਉਹਨਾਂ ਕੋਲ ਕੁਛ ਨਹੀਂ ਹੈ, ਉਹ ਕਿੱਥੇ ਵੀ ਨਹੀਂ, ਮਤਲਬ ਉਹ ਘਰ ਵੀ ਨਹੀਂ ਹੈ ਉਹਨਾਂ ਕੋਲ ਵਿਚਾਰਿਆਂ ਕੋਲ। ਤੇ ਆਫਟਰ ਦੈਟ ਐਕਸਪੀਰੀਅੰਸ
ਮੈਂ ਹੁਣ ਜੋ ਵੀ ਮੇਰੇ ਕੋਲ ਆਉਂਦਾ ਨਾ ਸਪੈਸ਼ਲੀ ਫॉर द ਵਿਲ ਜਾਂ ਕੋਈ ਜਸਟ ਜਨਰਲ ਇਨਕੁਆਇਰੀ ਵੀ ਆਉਂਦੀ ਹੈ ਨਾ ਕਿ ਬਈ ਚਲੋ ਅਸੀਂ ਆਪਣੇ ਬੱਚੇ ਨੂੰ ਇਹ ਦੇਣਾ, ਅਸੀਂ ਕੀ ਕਰਨਾ ਹੈ, ਸਾਡਾ ਇੱਕੋ ਹੀ ਮੁੰਡਾ ਹੈ ਜਾਂ ਇੱਕੋ ਹੀ ਕੁੜੀ ਹੈ, ਅਸੀਂ ਇਹਨਾਂ ਨੂੰ ਹੀ ਦੇਣਾ ਹੈ ਤੇ ਚਲੋ ਹੁਣੇ ਹੀ ਦੇ ਦਿੰਦੇ ਹਾਂ। ਮਾਈ ਸਟਰੋਂਗ ਰਿਕਮੈਂਡੇਸ਼ਨ ਇਜ਼ ਆਪਣੇ ਹੁੰਦੇ ਕੁਛ ਨਾ ਦਿਓ। ਤੁਸੀਂ ਜੋ ਦੇਣਾ ਹੈ ਵਿਲ ਚ ਲਿਖੋ। ਵਿਲ ਦਾ ਮਤਲਬ, ਵਸੀਅਤ ਦਾ ਮਤਲਬ ਹੀ ਇਹੀ ਹੈ ਕਿ ਤੁਹਾਡੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ, ਭੈਣ ਭਰਾ, ਵਟਐਵਰ ਇਟ ਇਜ਼, ਤੁਸੀਂ ਕਿਸੇ ਨੂੰ ਵੀ ਕੁਝ ਵੀ ਦੇਣਾ ਹੈ, ਜਦੋਂ ਤੁਸੀਂ ਨਹੀਂ ਹੋਗੇ ਤਾਂ ਮਿਲੇਗਾ। ਜਦੋਂ ਤੁਸੀਂ ਚਲੇ ਜਾਓਗੇ ਤੁਹਾਡੇ ਹੁੰਦੇ ਨਹੀਂ ਮਿਲੇਗਾ, ਤੁਹਾਡੇ ਹੁੰਦੇ ਨਹੀਂ ਮਿਲੇਗਾ। ਤੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਨਹੀਂ ਆਏਗੀ ਕਦੀ ਵੀ ਜਿਹੜੀ ਮੇਰੇ ਕਲਾਇੰਟ ਨਾਲ ਆਈ ਹੈ। ਦੇਖੋ ਉਹਨਾਂ ਨੇ ਮਾਪਿਓ ਆਪਣੇ ਬੱਚਿਆਂ ਵਾਸਤੇ ਸਭ ਕੁਝ ਅਸੀਂ ਵੀ ਕਰਨੇ ਆ, ਬਟ ਤੁਸੀਂ ਇਹ ਨਹੀਂ ਸੋਚ ਸਕਦੇ ਕਿ ਉਹ ਮੈਂ ਉਹਨੂੰ ਘਰ ਦਿੱਤਾ, ਮੈਂ ਆਪਣੇ ਮੁੰਡੇ ਨੂੰ ਘਰ ਦਿੱਤਾ, ਅਗਲੇ ਦਿਨ ਉਹਨੇ ਮੈਨੂੰ ਕੱਢ ਹੀ ਦੇਣਾ। ਬਟ you never focus these things, but sometimes it does happen. ਤੇ just to safeguard our elder people ਜਿਨ੍ਹਾਂ ਕੋਲ ਹੈਗੀਆਂ ਪ੍ਰਾਪਰਟੀਆਂ, ਤੁਸੀਂ ਵਿਲ ਵਿੱਚ ਲਿਖੋ। ਵਿਲ ਬਹੁਤ ਇੰਪੋਰਟੈਂਟ ਹੈ, ਤੁਸੀਂ ਲਿਖੋ, ਵਿਲ ਵਿੱਚ ਸਾਰਾ ਕੁਝ ਲਿਖੋ, ਆਪਣੇ ਹੁੰਦੇ ਉਹਨਾਂ ਨੂੰ ਨਾ ਦਿਓ। ਬਿਲਕੁਲ ਸਹੀ। ਅੱਛਾ, ਇਹ ਪ੍ਰੋਸੈਸ ਕਿੰਨਾ ਕੁ ਲੰਬਾ ਹੈ? ਮੈਂ ਅਸਲ ਦੇ ਵਿੱਚ ਇਹ ਗੱਲ ਤਾਂ ਛੇੜੀ ਆ, ਸਾਡੇ ਘਰਾਂ ਦੇ ਵਿੱਚ ਜਦੋਂ ਇਹਦੇ ਬਾਰੇ ਨਾ ਹੀ ਸੋਚਿਆ ਜਾਂਦਾ, ਨਾ ਹੀ ਚਰਚਾ ਕੀਤੀ ਜਾਂਦੀ ਆ। ਇਹ ਪ੍ਰੋਸੈਸ ਕਿੰਨਾ ਕੁ ਖਰਚੀਲਾ ਆ ਤੇ ਕਿੰਨਾ ਕੁ ਲੰਮਾ ਆ? ਜੇ ਪਰਿਵਾਰ ਨੇ ਆਪਣੀ ਵਿਲ ਤਿਆਰ ਕਰਨੀ ਹੋਵੇ ਜਾਂ ਫੈਮਿਲੀ ਟਰਸਟ ਬਣਾਉਣਾ ਹੋਵੇ, ਇਹ ਚੀਜ਼ਾਂ ਕਿੰਨੀਆਂ ਕੁ ਕੰਪਲੀਕੇਟਡ ਆ? ਤੁਹਾਡੇ ਲਈ ਤਾਂ ਨਹੀਂ ਕੰਪਲੀਕੇਟਡ, ਲੇਕਿਨ ਆਮ ਬੰਦਾ ਉਹ ਕਿੰਨਾ ਕੁ ਸਮਾਂ ਤੇ ਕਿੰਨਾ ਕੁ ਪੈਸਾ ਆਪਣਾ ਪਹਿਲੇ ਮੰਨ ਕੇ ਚੱਲੇ? ਦੇਖੋ, ਸਾਡੀ ਜਿਹੜੀ ਫੀਸ ਹੈਗੀ ਹੈ ਟਰਸਟ ਦੀ, ਉਹ ਹੈਗੀ ਹੈ 350 ਪਲੱਸ GST ਪਰ ਪਰਸਨ ਹੁੰਦੀ ਹੈ ਟਰਸਟ। ਠੀਕ ਹੈ, ਉਹ 350 ਪਲੱਸ GST। ਇਹ ਤੇ ਹੋ ਗਈ ਖਰਚੇ ਦੀ ਗੱਲ। ਬਟ ਸਾਡੇ ਕੋਲ ਨਾ ਇੱਕ ਕੁਐਸਚਨ ਹੈਗਾ, ਕੁਐਸਚਨਰ ਟਾਈਪ ਹੈਗਾ, ਉਹਦੇ 16-17 ਕੁਐਸਚਨ ਹੈਗੇ ਨੇ, ਉਹਨਾਂ ਨੂੰ ਆਨਸਰ ਕਰਨੇ ਨੇ। once they answer those questions, ਅਸੀਂ ਉਨ ਆਨਸਰਸ ਦੇ ਬੇਸ ਤੇ ਵਿਲ ਬਣਾ ਕੇ ਉਹਨਾਂ ਨੂੰ ਦੇ ਸਕਦੇ ਹਾਂ। from our side, ਜਿੰਨੀ ਜਲਦੀ ਉਹ ਆਨਸਰ ਦੇਣਗੇ ਉਨੀ ਜਲਦੀ ਵਿਲ ਬਣ ਜਾਣੀ। from our side ਅਸੀਂ ਇੱਕ ਹਫਤੇ ਚ ਵੀ ਬਣਾ ਦਾਂਗੇ। but the only thing is answering those questions will take time, because will ਵਿੱਚ ਬਹੁਤ ਸਾਰੇ layers ਹੁੰਦੇ ਨੇ। you have to think about so many situations. I'm just giving one example. ਮੇਰੀ will ਹੈ, ਮੈਨੂੰ ਕੁਝ ਹੋ ਗਿਆ, ਚਲੋ ਮੇਰੇ ਹਸਬੈਂਡ ਤੇ ਮੇਰੇ 2 ਬੱਚਿਆਂ ਤੇ ਸਭ ਕੁਝ ਹੋ ਜਾਏਗਾ। ਠੀਕ ਹੈ, ਕੱਲ ਨੂੰ ਮੈਨੂੰ ਤੇ ਹੋ ਗਿਆ, ਪਰ ਮੇਰੇ ਨਾਲ ਹੀ ਅਗਰ ਮੇਰੇ ਹਸਬੈਂਡ ਵੀ ਨਾਲ ਹੀ ਜਾਂਦੇ ਨੇ ਔਰ ਅਸੀਂ ਦੋਨਾਂ ਨੂੰ ਕੁਝ ਹੋ ਗਿਆ, ਫਿਰ ਕਿੱਥੇ ਜਾਏਗਾ ਉਹ? ਕਿਉਂਕਿ ਮੈਂ ਤੇ ਉਹਨਾਂ ਨੂੰ ਕਿਹਾ ਨਾ ਕਿ ਮੇਰਾ ਹਸਬੈਂਡ ਰਿਸਪੌਂਸਿਬਲ ਹੋਏਗਾ, ਸਾਰੀ ਚੀਜ਼ਾਂ ਡਿਸਟ੍ਰੀਬਿਊਟ, ਬੱਚਿਆਂ ਨੂੰ ਵੀ ਕਰ ਲੈ, ਆਪੇ ਵੀ ਲੈ ਲੈ। ਹੁਣ ਅਗਰ ਉਹ ਹੀ ਮੇਰੇ ਨਾਲ ਚਲਾ ਗਿਆ ਤੇ ਫਿਰ ਮੈਂ ਕਿਹਨੂੰ ਦਵਾਂ? ਕੌਣ ਰਿਸਪੌਂਸਿਬਲ ਹੋਏਗਾ? then I have to think of somebody else to take care of it till my kids become 25 or something, adult ਹੋ ਜਾਣ, ਸਮਝਦਾਰ ਹੋ ਜਾਣ, ਤਾਂ ਹੀ ਉਹਨਾਂ ਨੂੰ ਮਿਲੇ। ਅੱਛਾ, ਅਗਰ ਅਸੀਂ ਚਾਰਾਂ ਨੂੰ ਕੁਝ ਹੋ ਗਿਆ ਇੱਕੋ ਵਾਰੀ ਚ, ਤਾਂ ਕੀ ਹੋਏਗਾ? you have those layers where you have to think about those situations before you answer those questions, ਕਿਉਂਕਿ ਹੁਣ ਨੂੰ ਕਦੀ ਵੀ ਕੁਝ ਵੀ ਹੋ ਸਕਦਾ ਹੈ। ਬਿਲਕੁਲ ਸਹੀ ਗੱਲ ਤੁਹਾਡੀ। ਤੇ ਜਦੋਂ ਤੁਸੀਂ ਵਸੀਅਤ ਬਣਾ ਰਹੇ ਹੋ ਤਾਂ you have to think about those scenarios. ਵੰਡਰਫੁਲ। ਪ੍ਰੋਸੈਸ ਜਿਹੜਾ, ਜੇ ਤੁਹਾਡੇ ਕੋਲ ਵਿਲ ਹੈ ਤੇ ਪ੍ਰੋਸੈਸ ਈਜ਼ੀ ਹੈ। ਅਦਰਵਾਈਜ਼ ਲੈਟਰ ਆਫ ਐਡਮਿਨਿਸਟ੍ਰੇਸ਼ਨ, ਕੋਰਟ ਦਾ ਪ੍ਰੋਸੈਸ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ। ਇਸ ਕਰਕੇ ਵਿਲ ਬਣਾਉਣਾ ਔਨ ਟਾਈਮ ਇਟਸ ਵੈਰੀ ਇੰਪੋਰਟੈਂਟ। ਅਦਰਵਾਈਜ਼, ਕਿਉਂਕਿ ਜਦੋਂ ਫੋਰ ਐਗਜ਼ਾਮਪਲ ਦੇਖੋ, ਅੱਜ ਕੱਲ ਜ਼ਿੰਦਗੀ ਦਾ ਕੜੀ ਦਾ ਨਹੀਂ ਪਤਾ ਕਦੋਂ ਕਿੱਥੇ। ਬਿਲਕੁਲ ਸਹੀ। ਤੇ ਬੈਟਰ ਕਿ ਤੁਸੀਂ ਕੋਈ ਏਦਾਂ ਦਾ ਡਾਕੂਮੈਂਟਸ ਪਹਿਲਾਂ ਆਪਣਾ ਮਾਈਂਡ ਮੇਕਅਪ ਕਰ ਲਓ, ਕਿਹਨੂੰ ਤੁਸੀਂ ਟਰਸਟੀ ਅਪਾਇੰਟ ਕਰਨਾ ਹੈ ਆਪਣੀ ਵਿਲ ਦੇ ਵਿੱਚ, ਕਿਹੜਾ ਬੰਦਾ ਗਾਰਡੀਅਨ ਹੋਏਗਾ ਅਗਰ ਮੇਰੀ ਪ੍ਰੈਜ਼ੈਂਸ ਨਾ ਹੋਈ। ਜੇ ਤੁਸੀਂ ਆਪਣੀ ਨੀਸ ਨੈਫਿਊ ਨੂੰ ਕੁਝ ਛੱਡ ਕੇ ਜਾਣਾ ਚਾਹੁੰਦੇ ਹੋ, ਕੋਈ ਇਹੋ ਜਿਹਾ ਬੰਦਾ ਜਿਹਨੂੰ ਥੋੜਾ ਬਹੁਤ 20,000 ਤੁਸੀਂ ਦੇ ਕੇ ਜਾਣਾ ਚਾਹੁੰਦੇ ਹੋ। ਕਈ ਵਾਰੀ ਕੀ ਹੁੰਦਾ ਹੈ, ਕਈ ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਦਿੰਦੀ ਹਾਂ ਹਾਈਪੋਥੈਟਿਕਲੀ। ਫੋਰ ਐਗਜ਼ਾਮਪਲ ਮੇਰੀ ਰਿੰਗ ਮੈਨੂੰ ਬੜੀ ਇੰਪੋਰਟੈਂਟ ਹੈ, ਮੈਂ ਚਾਹੁੰਦੀ ਹਾਂ ਰਿੰਗ ਮੇਰੀ ਪਰਟੀਕੁਲਰ ਬੇਟੇ ਨੂੰ ਮਿਲੇ ਜਾਂ ਉਹਦੀ ਡਾਟਰ ਇਨ ਲਾਅ ਨੂੰ ਮਿਲੇ। ਠੀਕ ਹੈ, ਤੇ ਮੈਂ ਇਹ ਚੀਜ਼ ਵਿਲ ਦੇ ਵਿੱਚ ਲਿਖਵਾ ਸਕਦੀ ਹਾਂ। ਕੋਈ ਮੇਰੀ ਡਾਇਰੀ ਹੈ, ਕੋਈ ਮੇਰਾ ਇਹੋ ਜਿਹਾ ਬਾਕਸ ਹੈ ਜਿਹੜਾ ਮੇਰੇ ਦਿਲ ਦੇ ਬੜਾ ਅਟੈਚ ਹੈ। ਤੋ ਯੂ ਕੈਨ ਏਦਾਂ ਤੁਸੀਂ ਪਲਾਨ ਕਰ ਸਕਦੇ ਹੋ ਔਰ ਆਪਣੇ ਲਾਇਰ ਨੂੰ ਐਡਵਾਈਸ ਕਰ ਸਕਦੇ ਹੋ ਕਿ ਥੀਸ ਆਰ ਦਾ ਸਟੈਪ, ਮੈਂ ਆਹ ਚੀਜ਼ਾਂ ਇਸ ਬੰਦੇ ਵਾਸਤੇ ਛੱਡ ਕੇ ਜਾਣੀਆਂ ਤੇ ਮੇਰੀ ਐਬਸੈਂਸ ਦੇ ਵਿੱਚ ਇਹ ਬੰਦਾ ਜਿਹੜਾ ਇਹਨੂੰ ਮੈਂ ਅਪਾਇੰਟ ਕਰਦੀ ਹਾਂ ਕਿ ਇਹ ਮੇਰੀ ਪ੍ਰਾਪਰਟੀ ਵੇਚ ਕੇ, ਜਿੱਦਾਂ ਵੀ ਮੇਰਾ ਫਿਊਨਰਲ ਦੇ ਖਰਚੇ ਕੱਢ ਕੇ, ਬਾਕੀ ਚੀਜ਼ਾਂ ਏਦਾਂ ਇਕੁਅਲੀ ਡਿਵਾਈਡ ਹੋ ਜਾਣ। ਬਿਲਕੁਲ ਠੀਕ ਹੈ। ਅੱਛਾ ਗਗਨ, ਮੈਂ ਇਹ ਵੀ ਜਾਣਨਾ ਚਾਹੁੰਦਾ ਵੀ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ, ਲੀਗਲ ਐਸੋਸੀਏਟਸ ਸਿਰਫ ਤੇ ਸਿਰਫ ਇੱਕ ਐਸਪੈਕਟ ਨੂੰ ਹੀ ਕਵਰ ਨਹੀਂ ਕਰਦਾ, ਹੋਰ ਬਹੁਤ ਕੁਝ ਆ। ਸੋ ਮੌਕਾ ਵਧੀਆ ਆਪਾਂ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਲਾਅ ਦੇ ਵਿੱਚ ਆਪਾਂ ਐਕਸਪਰਟ ਆ ਆਪਣੀ ਕਾਨੂੰਨੀ ਐਡਵਾਈਸ ਦੇਣ ਦੇ ਲਈ। ਅੱਜ ਭਾਵੇਂ ਕਿ ਗੱਲਾਂ ਆਪਾਂ ਪ੍ਰੋਪਰਟੀ ਲਾਅ ਦੀਆਂ ਕਰ ਰਹੇ ਹਾਂ, ਪ੍ਰੋਪਰਟੀ ਲਾਅ ਨੋ ਡਾਊਟ ਬਹੁਤ ਇੰਪੋਰਟੈਂਟ ਆ, ਬਟ ਨਾਲ ਇਮੀਗ੍ਰੇਸ਼ਨ ਤੇ ਹੋਰ ਕਿਹੜੇ ਸੇਵਾਵਾਂ ਜਿਹੜੀਆਂ ਲੀਗਲ ਐਸੋਸੀਏਟਸ ਪ੍ਰੋਵਾਈਡ ਕਰਦਾ?
ਅਸੀਂ ਆਫ ਕੋਰਸ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ, ਪ੍ਰੋਪਰਟੀ ਜੀ ਸਰਵਿਸਿਜ਼ ਕਰਦੇ ਹਾਂ, ਔਰ ਆਈ ਥਿੰਕ ਐਨੀ ਔਰ ਸਿਆਟੂ ਆ ਸਾਡੇ ਕੋਲ ਜਿਹੜੇ ਟ੍ਰੈਫਿਕ ਦੇ ਕ੍ਰਿਮੀਨਲ ਆਫੈਂਸਸ ਹੁੰਦੇ ਨੇ ਨਾ, ਮਾਈਨਰ ਕ੍ਰਿਮੀਨਲ ਆਫੈਂਸਸ। ਅੱਜ ਜੀ ਕੱਲ ਜੀ ਸਾਡੀ ਕਮਿਊਨਿਟੀ 'ਚ ਡਰਿੰਕ ਡਰਾਈਵਿੰਗ ਬਹੁਤ ਆ ਰਹੀ ਹੈ, ਸਾਡੀ ਕਮਿਊਨਿਟੀ 'ਚ ਕੇਅਰਲੈਸ ਡਰਾਈਵਿੰਗ ਬਹੁਤ ਆ ਰਹੀ ਤਾਂ ਹੈ। ਬੀਬੀਆਂ ਦੀ ਆਉਣੀ ਸ਼ੁਰੂ ਹੋ ਗਈ ਆਸ਼ਮਾ ਜੀ। I didn't want to say that ਨਾ। ਅੱਗੇ ਬੰਦਿਆਂ ਦੀ ਆਉਂਦੀ ਹੁੰਦੀ ਸੀ, ਹੁਣ ਤਾਂ ਬੀਬੀਆਂ ਦੀ ਬਹੁਤ ਆਉਣ ਲੱਗ ਪਈ। ਸਪੋਰਟ ਲੈਟਰ ਮੈਂ ਹੀ ਦਿੰਦਾ। ਹਾਂ, ਤੇ ਅਸੀਂ ਉਹ ਵਾਲੇ ਸਾਰੇ ਕੇਸ ਵੀ ਕਰਦੇ ਹਾਂ, ਜਿਵੇਂ ਅਗਰ ਡਰਾਈਵਿੰਗ ਵਾਈਲ ਡਿਸਕੁਆਲੀਫਾਈਡ ਹੋ ਜਾਏ, ਮਤਲਬ ਮਾਈਨਰ ਜਿਹੜੇ ਕ੍ਰਿਮੀਨਲ ਹੁੰਦੇ ਨੇ, ਅਸੀਂ ਕ੍ਰਿਮੀਨਲ ਲਾਅ ਕਰਨੇ ਆ, ਅਸੀਂ ਏਮਪਲੋਇਮੈਂਟ ਲਾਅ ਕਰਨੇ ਆ, ਅਸੀਂ ਡਿਸਪਿਊਟਸ ਕਰਨੇ ਹਾਂ, ਫੈਮਿਲੀ ਦਾ ਜਿਵੇਂ ਡਿਵੋਰਸ ਹੋ ਗਿਆ, ਸੈਪਰੇਸ਼ਨ ਹੋ ਗਿਆ, ਰਿਲੇਸ਼ਨਸ਼ਿਪ ਪ੍ਰੋਪਰਟੀ ਹੋ ਗਿਆ, ਅਸੀਂ ਉਸ ਤਰ੍ਹਾਂ ਦੇ ਮੈਟਰਸ ਵੀ ਕਵਰ ਕਰਨੇ। ਸੋ ਇਟਸ ਮੇਨਲੀ all these matters are called general practice। ਸੋ ਅਸੀਂ ਪੂਰੀ ਜਨਰਲ ਪ੍ਰੈਕਟਿਸ ਕਵਰ ਕਰਨੇ ਆ। ਅਸੀਂ ਜਿਹੜੀ ਚੀਜ਼ ਨਹੀਂ ਕਰਦੇ ਉਹ ਹੈਗੇ ਆ ਸਿਵਲ ਲਿਟੀਗੇਸ਼ਨ, ਜਿਹੜਾ ਸਿਵਲ ਦਾ ਕੋਰਟ ਦਾ ਮੈਟਰ ਹੁੰਦਾ, ਅਸੀਂ ਉਹ ਨਹੀਂ ਕਰਦੇ, ਉਸ ਦੇ ਇਲਾਵਾ ਅਸੀਂ ਸਾਰਾ ਕੁਝ ਕਰਦੇ ਹਾਂ। ਬਿਲਕੁਲ ਸਹੀ। ਅੱਛਾ, ਤੁਹਾਡੀ ਟੀਮ ਦੇ ਵਿੱਚ ਆਸ਼ਮਾ ਜੀ, ਹੁਣ ਆਪਾਂ ਓਬਵੀਅਸਲੀ ਗੱਲਾਂ ਜਿਹੜੀਆਂ ਉਹ ਹਿੰਦੀ ਪੰਜਾਬੀ 'ਚ ਕਰ ਰਹੇ ਹਾਂ, ਲੇਕਿਨ ਮੈਂ ਇਸ ਗੱਲ ਤੋਂ ਭਲੀ ਭਾਂਤ ਜਾਣੂਗਾ ਕਿ ਤੁਹਾਡੀ ਟੀਮ ਦੇ ਵਿੱਚ ਬਹੁਤ ਵੱਖਰੀ ਵੱਖਰੀ ਜ਼ਬਾਨ ਬੋਲਣ ਵਾਲੇ ਲੋਕ ਨੇ, ਵੱਖਰੇ ਵੱਖਰੇ ਸੱਭਿਆਚਾਰਾਂ ਨੂੰ ਸਮਝਣ ਵਾਲੇ ਲੋਕ ਨੇ। ਤੁਸੀਂ ਵੀ ਇਸ਼ਾਰਾ ਕੀਤਾ, ਸੋ ਆਪਣੀ ਟੀਮ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦਿਓ। ਐਡਰੈਸ ਜਿਹੜਾ ਤੁਹਾਡਾ ਉਹ ਤਾਂ ਮੈਂ ਲਿਖ ਹੀ ਦਿੱਤਾ, 31 ਈਸਟ ਮਾਕੀ ਰੋਡ, ਸਾਡੇ ਬਿਲਕੁਲ ਗੁਆਂਢ ਦੇ ਵਿੱਚ। ਤੁਸੀਂ ਆਵਾਜ਼ ਮਾਰੀਓ, ਸੁਣਦੀ ਆ ਕਿਉਂ ਗਗਨ? ਹਾਂ, ਸ਼ਾਮੀ ਢੋਲ ਦੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ, ਅਸੀਂ ਕੰਮ ਕਰਦੇ ਹੋਏ ਹਿੱਲੀ ਜਾਂਦੇ ਹਾਂ ਇਸ ਤਰ੍ਹਾਂ। ਰਾਤੀ ਮੈਂ ਇਹੋ ਕਰ ਰਹੀ ਸੀ, ਇਹ ਇੱਕਦਮ ਮੇਰੇ ਕੋਲ ਆ ਕੇ ਕਹਿੰਦੇ ਤੈਨੂੰ ਕੀ ਹੋਇਆ? ਮੈਂ ਕਿਹਾ ਮਿਊਜ਼ਿਕ ਆ ਰਿਹਾ ਤੇ ਡਾਂਸ ਕਰੋ। ਸੋ ਅਸਲ ਦੇ ਵਿੱਚ ਜਿਹੜਾ ਤੁਹਾਡੇ ਵਰਕਿੰਗ ਆਵਰਸ ਨੇ, ਉਹਨਾਂ ਦੇ ਵਿੱਚ ਸ਼ਾਇਦ ਇੱਕ ਸੈਚਰਡੇ ਵੀ ਤੁਸੀਂ ਕੰਮ ਕਰਦੇ ਆ, ਜੇ ਮੈਂ ਗਲਤ ਨਹੀਂ ਨਾ? ਅਸੀਂ ਇਹ ਸ਼ੁਰੂ ਕੀਤਾ ਸੀ, ਆਈ ਥਿੰਕ 3 ਸਾਲ ਹੋ ਗਏ ਨੇ ਹੁਣ। ਲੀਗਲ ਕਲੀਨਿਕ, ਫ੍ਰੀ ਲੀਗਲ ਕਲੀਨਿਕ ਅਸੀਂ ਸ਼ੁਰੂ ਕੀਤਾ ਹੈ ਸੈਟਰਡੇ ਨੂੰ 10 to 12। Anyone can come and get a legal consultation। ਜੇ ਅਗਰ ਅਸੀਂ ਨਹੀਂ ਉਹ ਏਰੀਆ ਪ੍ਰੈਕਟਿਸ ਕਰਦੇ ਤੇ then we guide them through to the best or good lawyer, ਜੋ ਵੀ ਕੰਮ ਉਸ ਏਰੀਆ 'ਚ ਕਰਦਾ ਹੋਏਗਾ, because we don't do everything ਨਾ, but they can come anytime, they just need to book an appointment, ਫੋਨ ਕਰਕੇ ਸਾਡੇ ਇੱਥੇ, ਜਾਂ ਆਨਲਾਈਨ ਅਪਾਇੰਟਮੈਂਟ ਬੁੱਕ ਕਰ ਲਓ, then you come discuss your matter। it's a free service, ਕੋਈ ਚਾਰਜ ਨਹੀਂ ਹੈ ਉਸਦਾ, ਉਸ ਕੰਸਲਟੇਸ਼ਨ ਦਾ। ਤੁਸੀਂ ਆਓ, ਸਾਡੇ ਨਾਲ ਗੱਲ ਕਰੋ, ਡਿਸਕਸ ਕਰੋ ਆਪਣੀ ਪ੍ਰੋਬਲਮ, and then we can find a solution for you। that is every Saturday we do। ਅੱਛਾ, ਮੈਂ ਲਾਸਟ ਵਿੱਚ ਨਾ ਜਿਹੜੀ ਕੌਣ ਹੈਗੇ ਨੇ ਸਾਡੇ ਇੱਥੇ ਆਫਿਸ ਵਿੱਚ, we have Indians, so like Punjabi speaking ਤੇ ਗਗਨ ਹੈਗੀ ਹੈ, we have Gujarati speaking as well, Indian ਵੀ different ਹੈ, South Indian speaking as well, ਜੇ ਤਮਿਲ ਲੈਂਗੁਏਜ ਹੁੰਦੀ ਹੈ ਉਹ ਵੀ ਸਪੀਕਿੰਗ ਹੈਗੇ ਨੇ। then we have Sri Lankans, Sri Lankan ਵਿੱਚ ਵੀ 2 ਲੈਂਗੁਏਜ ਜਿਹੜੀ ਹੁੰਦੇ ਨੇ, ਇੱਕ ਤਮਿਲ, ਇੱਕ ਦੂਜੇ ਸਿੰਗਲੀ ਹੁੰਦੇ ਨੇ ਸ਼ਾਇਦ। ਹਾਂ, ਉਹ ਵੀ ਦੋਨੋਂ ਸਾਡੇ ਕੋਲ ਹੈਗੇ ਨੇ। then we have Filipinos ਵੀ ਸਾਡੇ ਕੋਲ ਇਮੀਗ੍ਰੇਸ਼ਨ ਵਿੱਚ ਵੀ ਹੈਗੇ ਨੇ, ਪ੍ਰਾਪਰਟੀ ਵਿੱਚ ਵੀ ਹੈਗੇ ਨੇ। then we have a Tongan, then we have Samoan, then we have Chinese speaking as well। so these are main ਜੋ Japanese ਤੇ ਆਪਣੀ ਹੈਗੀ ਹੈ, ਉਹ ਤਾਂ ਸ਼ੁਰੂ ਤੋਂ ਹੀ ਹੈਗੀ ਹੈ। we have a Japanese speaking receptionist as well who can help you in I mean ਜੋ ਵੀ ਕੋਈ Japanese ਅਗਰ ਆਏ ਤੇ ਉਹ ਉਹਦੇ ਨਾਲ ਵੀ ਆਰਾਮ ਨਾਲ ਕਨਵਰਸ ਕਰ ਸਕਦੇ ਨੇ। so we have all these different languages just to cater, because Auckland ਕੀ ਪੂਰਾ ਨਿਊਜ਼ੀਲੈਂਡ is very vibrant, that's right। ਤੇ ਸਭ ਦੀ ਟਰਾਈ ਕਰਨੇ ਆ ਕਿ ਰਿਕੁਆਇਰਮੈਂਟ ਪੂਰੀ ਹੋ ਜਾਏ। ਬਿਲਕੁਲ ਸਹੀ। ਲਾਸਟ ਵਿੱਚ ਮੈਂ ਫਿਰ ਰੀਕਾਲ ਕਰਨਾ ਚਾਹੂੰਗਾ, ਇੱਕ ਫਸਟ ਹੋਮ ਬਾਇਰ ਤੁਹਾਡੇ ਕੋਲ ਆਉਂਦਾ ਆ, ਪਹਿਲੇ ਫੇਜ਼ ਦੇ ਵਿੱਚ ਹੀ ਆ ਜਾਂਦਾ ਆ, ਉਹਨੂੰ ਕੋਈ ਟਿਪਸ ਦੇਣੇ ਚਾਹੋ ਲਾਸਟ ਵਿੱਚ ਤੁਸੀਂ? ਉਹੀਓ ਸਭ ਤੋਂ ਪਹਿਲਾਂ ਉਹੀਓ ਗੱਲ, ਫਸਟ ਹੋਮ ਬਾਇਰਸ ਤੁਸੀਂ ਜਿੰਨੇ ਵੀ ਸੁਣ ਰਹੇ ਹੋ, ਦੇਖ ਰਹੇ ਹੋ, ਪਲੀਜ਼ ਤੁਸੀਂ ਪਹਿਲਾਂ ਤਾਂ ਆਪਣਾ ਫਾਈਨੈਂਸ ਕਰਾਓ, ਉਸ ਤੋਂ ਬਾਅਦ ਸਾਨੂੰ ਕੰਟੈਕਟ ਕਰੋ, ਸੋ ਦੈਟ ਐਟਲੀਸਟ ਜਦੋਂ ਤੱਕ ਤੁਸੀਂ ਪ੍ਰਾਪਰਟੀ ਲੱਭ ਰਹੇ ਹੋ, ਤੁਹਾਡੇ ਫਾਈਨੈਂਸ ਵਿੱਚ ਤੁਹਾਨੂੰ ਬ੍ਰੋਕਰ ਨੂੰ ਕੁਝ ਚਾਹੀਦਾ, ਬੈਂਕਰ ਨੂੰ ਚਾਹੀਦਾ, ਤੇ ਐਟਲੀਸਟ ਵੀ ਕੈਨ ਕਮ ਐਂਡ ਹੈਲਪ ਯੂ। ਵੰਡਰਫੁਲ। ਪਲੱਸ ਅਗਰ ਰੀਅਲ ਏਸਟੇਟ ਏਜੰਟ ਦੇ ਥਰੂ ਤੁਸੀਂ ਕੋਈ ਪ੍ਰਾਪਰਟੀ ਲੈ ਰਹੇ ਹੋ, you contact us at the same time। please don't sign anything till you talk to us। please save yourself। ਵੈਲ ਸੈਡ ਗਗਨ, ਆਖਰ ਦੇ ਵਿੱਚ ਜਿਹੜੇ ਸਾਡੇ ਠੇਠ ਪੰਜਾਬੀ ਸਰੋਤੇ ਆ, ਜਿਹੜੇ ਕਈ ਮੇਰੇ ਵਰਗੇ ਬਿਨਾਂ ਗੱਲੋਂ ਵੀ ਆ ਕੇ ਤੁਹਾਨੂੰ ਸਲਾਹਾਂ ਮੰਗਦੇ ਰਹਿੰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਦੀ ਤੇ ਨਾਰਾਜ਼ ਵੀ ਹੋ ਜਾਂਦੇ ਆ, ਫਿਰ ਪੰਜਾਬੀ ਚ ਉਹਨਾਂ ਨੂੰ ਕਹਿੰਦਾ ਭਰਾਵਾ ਹੁਣ ਸਮਝ ਗਏ ਨਾ ਵੀ ਹੋਰ ਵੀ ਬੜੇ ਸਾਰੇ ਕਲਾਇੰਟ ਹੈਗੇ, ਸਾਰਿਆਂ ਨੂੰ ਡੀਲ ਕਰਨਾ ਪੈਂਦਾ ਹੈ, ਫਿਰ ਠੀਕ ਵੀ ਹੋ ਜਾਂਦੇ। ਸਾਡੇ ਪੰਜਾਬੀਆਂ ਦੀ ਖੂਬਸੂਰਤੀ ਆ ਵੀ ਉਹਨਾਂ ਦਾ ਗੁੱਸਾ ਨਾ ਇੰਨੀ ਕੁ ਦੇਰ ਦਾ ਹੈ,
ਬਸ ਉਸ ਤੋਂ ਬਾਅਦ ਫਿਰ ਭੈਣ ਮੈਨੂੰ ਨਾ ਆਹ ਗੱਲ ਸਮਝ ਨਹੀਂ ਆਈ, ਭੈਣ ਮੈਨੂੰ ਆਹ ਗੱਲ ਕਦੀ ਲੱਗਦਾ ਕਿ ਪੰਜਾਬੀ ਬੋਲ ਕੇ ਨਾ ਜ਼ਿਆਦਾ ਟਾਈਮ ਲੈ ਲੈਂਦੇ ਆ, ਬਟ ਦੈਨ ਸਟਿਲ ਆਈ ਕੈਨ ਅੰਡਰਸਟੈਂਡ ਕਿ ਮੈਂ ਵੀ ਉਸੇ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੀ ਹਾਂ। ਵੈਰੀ ਗੁੱਡ। ਔਰ ਮੈਂ ਆਪਣੇ ਆਪ ਨੂੰ ਉਹਨਾਂ ਦੇ ਸ਼ੂਜ਼ ਵਿੱਚ, ਕਿ ਅਗਰ ਮੇਰਾ ਫਾਦਰ ਹੁੰਦਾ, ਅਗਰ ਹਨਾ ਉਹ ਪਹਿਲੀ ਵਾਰੀ ਪ੍ਰਾਪਰਟੀ ਲੈਂਦਾ, ਤੇ ਹੋ ਸਕਦਾ ਲੇ ਪਰਸਨ ਬਣ ਕੇ ਉਹ ਵੀ ਕਿਸੇ ਨੂੰ ਏਦਾਂ ਦੇ ਹੀ ਸਵਾਲ ਪੁੱਛਦੇ, ਤੇ ਦੈਨ I just put myself into their shoes, then I realized ਕਿ ਮੈਨੂੰ ਪਤਾ ਹੈ ਮੇਰੀ ਕਮਿਊਨਿਟੀ ਕਿੱਦਾਂ ਦੀ ਹੈ, ਕਿਉਂਕਿ ਮੇਰੇ ਮਾਪੇ, ਮੇਰੇ ਪੇਰੈਂਟਸ ਵੀ ਏਦਾਂ ਦੇ ਹੀ ਆ। ਬਹੁਤ ਵਧੀਆ। ਉਸ ਤੋਂ ਬਾਅਦ ਮੈਂ ਫੀਲ ਕਰਕੇ ਲੈਟ ਗੋ ਕਰ ਦਿੰਦੀ ਆ, ਇਟਸ ਓਕੇ। ਜੋ ਫੋਨ ਕਰਦੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੰਦੀ ਆ, ਜਿੱਦਾਂ ਵੀ, ਜੇ ਉਹਨਾਂ ਨੇ ਇੰਗਲਿਸ਼ ਗੱਲ ਕਰਨੀ ਇੰਗਲਿਸ਼ ਕਰ ਲੈਂਦੀ ਆ, ਪੰਜਾਬੀ ਚ ਕਰਨੀ ਪੰਜਾਬੀ ਚ ਗੱਲ ਕਰ ਲੈਂਦੀ ਆ। ਔਰ ਅਗਰ ਕੁਝ ਨਹੀਂ ਮੈਨੂੰ ਸਮਝ ਆਉਂਦਾ, ਐਜ਼ ਤੁਹਾਨੂੰ ਪਤਾ ਹੈ ਕਿ ਮੈਂ ਰੀਸੈਂਟਲੀ ਜੁਆਇਨ ਕੀਤਾ, ਦੈਨ ਆਈ ਆਲਵੇਜ਼ ਆਸਕ ਆਸ਼ਿਮਾ ਜੀ ਕਿ ਆ ਕੇ ਹੈਲਪ ਕਰੋ। ਬਹੁਤ ਸਹੀ ਹੈ। ਉਹਦਾ ਵੀ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਬੰਦਾ 4 ਅੱਖਰ ਪੜ੍ਹ ਜਾਂਦਾ, ਉਹਨੂੰ ਹੋਰ ਹੰਬਲ, ਉਹਨੂੰ ਹੋਰ ਵੱਡੇ ਜਿਗਰੇ ਨਾਲ ਕੰਮ ਕਰਨਾ ਚਾਹੀਦਾ। ਬਹੁਤ ਸੋਹਣੀ ਗੱਲ ਆ, ਤੇ ਮੈਨੂੰ ਬਹੁਤ ਵਧੀਆ ਲੱਗਾ। ਮੈਂ ਜਾਣਬੁੱਝ ਕੇ ਸਵਾਲ ਪੁੱਛਿਆ ਸੀ, ਕਿਉਂਕਿ ਸਾਡੇ ਸਾਰਿਆਂ ਦੇ ਨਾਲ ਇਦਾਂ ਦੇ ਤਜਰਬੇ ਹੁੰਦੇ ਆ। ਜਿਹੜੀ ਗੱਲ ਤੁਸੀਂ ਕਹੀ ਉਹ ਬਹੁਤ ਖੂਬਸੂਰਤ ਆ, ਕਿ ਸਾਡੀ ਸਾਰਿਆਂ ਦੀ ਸਿੱਖਣ ਦੀ, ਸਮਝਣ ਦੀ ਆਪੋ ਆਪਣੀ ਸਮਰੱਥਾ ਕੁਦਰਤ ਨੇ ਬਖਸ਼ੀ ਆ। ਉਹਦੇ ਮੁਤਾਬਕ ਤੁਸੀਂ ਆਪਣੇ ਭਾਈਚਾਰੇ ਨਾਲ ਡੀਲ ਕਰਦੇ ਹੋ, ਤੇ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਨਦੇਹੀ ਦੇ ਨਾਲ, ਇਸੇ ਸਪਿਰਿਟ ਦੇ ਨਾਲ, ਇਸੇ ਭਾਵਨਾ ਦੇ ਨਾਲ ਆਪਣਾ ਕੰਮ ਜਿਹੜਾ ਜਾਰੀ ਰੱਖੋਗੇ। ਲੀਗਲ ਐਸੋਸੀਏਟਸ ਨੇ ਬਹੁਤ ਲੰਮੇ ਸਮੇਂ ਤੋਂ ਆਪਣਾ ਬਹੁਤ ਵਧੀਆ ਨਾਂ ਪੈਦਾ ਕੀਤਾ ਕਮਿਊਨਿਟੀ ਦੇ ਵਿੱਚ। ਇਕੱਲੇ ਸਿਰਫ ਕਾਨੂੰਨੀ ਮਸ਼ਵਰੇ ਕਰਕੇ ਨਹੀਂ, ਬਲਕਿ ਭਾਈਚਾਰੇ ਦੇ ਵਿੱਚ ਐਗਰੈਸਿਵਲੀ ਉਹਨਾਂ ਨੂੰ ਸਪੋਰਟ ਕਰਕੇ, ਚਾਹੇ ਸਪੋਰਟਸ ਦੀ ਗੱਲ ਆਵੇ, ਚਾਹੇ ਐਂਟਰਟੇਨਮੈਂਟ ਦੀ ਗੱਲ ਆਵੇ, ਚਾਹੇ ਕਿਸੇ ਵੀ ਸ਼ੋਅ ਦੀ ਗੱਲ ਆਵੇ ਐਂਟਰਟੇਨਮੈਂਟ ਦੇ ਵਿੱਚ, ਮੈਂ ਦੇਖ ਰਿਹਾ ਲੀਗਲ ਐਸੋਸੀਏਟਸ ਦਾ ਲੋਗੋ ਜਿਹੜਾ ਸਭ ਤੋਂ ਉੱਪਰ ਚਮਕ ਰਿਹਾ ਹੁੰਦਾ। ਕੀਪ ਅਪ ਗੁੱਡ ਵਰਕ। ਥੈਂਕ ਯੂ ਜੀ, ਤੁਸੀਂ ਇੰਨਾ ਸਾਨੂੰ ਮੌਕਾ ਦਿੱਤਾ। ਐਟਲੀਸਟ ਵੀ ਆਰ ਹੇਅਰ, ਵੀ ਆਰ ਟਾਕਿੰਗ ਟੂ ਪੀਪਲ, ਟੂ ਯੂ, ਤੇ ਥੈਂਕ ਯੂ ਸੋ ਮਚ ਟੂ ਯੂ। ਐਂਡ ਪਲੱਸ ਅਸੀਂ ਪਹਿਲੇ ਹੀ ਸ਼ੋਅ ਤੋਂ ਆਉਣ ਤੋਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਬਹੁਤ ਬਹੁਤ ਮੁਬਾਰਕ ਹੋ ਤੁਹਾਨੂੰ, ਪਹਿਲੇ ਤੁਹਾਡੀ ਬੁੱਕ ਤੇ ਬੁੱਕ ਰਿਲੀਜ਼, ਤੁਹਾਡੀ ਬੁੱਕ ਜਿਹੜੀ ਰਿਲੀਜ਼ ਹੋਈ ਹੈ। ਕਿਉਂਕਿ ਬਾਈ ਚਾਂਸ ਮੈਂ ਇੰਡੀਆ ਹੈਗੀ ਸੀ ਤੇ ਮੇਰੀ ਗੱਲ ਹੀ ਨਹੀਂ ਹੋਈ ਤੁਹਾਡੇ ਨਾਲ, ਤੇ ਮੈਂ ਕਿਹਾ ਚਲੋ ਦਿਸ ਇਜ਼ ਅ ਬੈਸਟ ਪਲੇਟਫਾਰਮ। ਤੁਸੀਂ ਸਾਹਮਣੇ ਦਿਖ ਵੀ ਰਹੇ ਹੋ ਨਾ ਹੁਣ, ਤੇ ਮੈਂ ਤੁਹਾਨੂੰ ਫੇਸ ਟੂ ਫੇਸ ਮੁਬਾਰਕਬਾਦ। ਨਹੀਂ, ਬੜੀ ਮਿਹਰਬਾਨੀ ਜੀ, ਕਿਉਂਕਿ 132 ਸਾਲ ਹੋ ਗਏ ਗਗਨ ਪੰਜਾਬੀਆਂ ਨੂੰ ਇਸ ਮੁਲਕ ਦੇ ਵਿੱਚ, ਤੇ ਉਹਨਾਂ ਦੀ ਕੋਈ ਨਾ ਕੋਈ ਰੈਫਰੈਂਸ ਬੁੱਕ ਪੰਜਾਬੀ ਜ਼ਬਾਨ ਦੇ ਵਿੱਚ ਪੰਜਾਬੀ ਲੇਖਕ ਦੁਆਰਾ ਲਿਖੀ ਗਈ, ਉਹ ਹੋਣੀ ਲਾਜ਼ਮੀ ਹੈ। ਇਸ ਤੋਂ ਪਹਿਲਾਂ ਆਸ਼ਮਾ ਜੀ ਜਿਹੜੇ ਗੋਰੇ ਆ ਲੇਖਕ, ਉਹਨਾਂ ਨੇ ਲਿਖਿਆ ਪੰਜਾਬੀਆਂ ਦੇ ਬਾਰੇ, ਬਟ ਆਬਵੀਅਸਲੀ ਜਿਹੜੀਆਂ ਕੋਰ ਵੈਲਿਊਜ਼ ਆ, ਜਾਂ ਜਿਹੜੀਆਂ ਹਾਸ ਰਸ ਕਿੱਸੇ ਜਿਹੜੇ ਵਾਪਰੇ, ਲੈਂਗੁਏਜ ਬੈਰੀਅਰ, ਜਾਂ ਬਾਈ ਆਲ ਮੀਨਸ, ਉਹਨਾਂ ਨੂੰ ਇੱਕ ਗੋਰਾ ਜਿਹੜਾ ਉਹ ਕਲਮਬੱਧ ਨਹੀਂ ਕਰ ਸਕਦਾ ਨਾ। ਉਹਦੇ ਲਈ ਤੁਹਾਨੂੰ ਜ਼ਬਾਨ ਦਾ ਬੈਰੀਅਰ ਜਿਹੜਾ ਉਹ ਵਿੱਚ ਨਹੀਂ ਹੋਣਾ ਚਾਹੀਦਾ। ਜ਼ਬਾਨ ਦਾ ਬੈਰੀਅਰ ਪਲੱਸ ਫੀਲਿੰਗ, ਯੈਸ ਫੀਲ ਨਾਲ ਨਹੀਂ ਲਿਖ ਸਕਦਾ ਨਾ ਉਹ। ਐਗਜ਼ੈਕਟਲੀ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਚਾਹੇ ਕਾਨੂੰਨੀ ਮਸ਼ਵਰੇ ਦੇਣ ਦੀ ਗੱਲ ਆ, ਚਾਹੇ ਇੱਕ ਲੇਖਕ ਦੇ ਤੌਰ ਤੇ ਕਿਸੇ ਜੀਵਨ ਜਾਂਚ ਦੇ ਵਿੱਚ ਕਿਸੇ ਵਾਪਰੇ ਕਿੱਸੇ ਦੀ ਲਿਖਣ ਦੀ ਗੱਲ ਆ, ਉਹਦੇ ਅੰਦਰੋਂ ਜਿਹੜਾ ਕੋਰ ਵੈਲਿਊ ਆ ਉਹ ਮਨਫੀ ਨਹੀਂ ਹੋਣੀ ਚਾਹੀਦੀ। ਸੋ ਤੁਹਾਡੀ ਸਾਰੀ ਟੀਮ ਜਿਹੜੀ ਆ ਇਸ ਮਾਮਲੇ 'ਚ ਵਧਾਈ ਦੀ ਹੱਕਦਾਰ ਆ। ਤੁਸੀਂ ਵੀ ਸਾਡਾ ਪੰਜਾਬੀ ਫਾਨੋ ਆ, ਜਿਹੜਾ ਸਾਡਾ ਪਰਿਵਾਰ ਆ, ਉਹਨਾਂ ਦੇ ਨਾਲ ਹਮੇਸ਼ਾ ਭੈਣਾਂ ਭਰਾਵਾਂ ਵਾਂਗ ਡੀਲ ਕਰਦੇ ਹੋ, ਤੇ ਇਸੇ ਤਰ੍ਹਾਂ ਹੀ ਕਰਦੇ ਰਹਿਣਾ। ਪਾਪਾ ਟੋਏ ਟੋਏ ਵੈਸੇ ਵੀ ਪੰਜਾਬੀ ਟੋਏ ਟੋਏ ਆ, ਸੋ ਮੈਨੂੰ ਉਮੀਦ ਆ ਸਾਡਾ ਇੱਥੇ ਮਿਨੀ ਪੰਜਾਬ ਹੈ ਵੈਸੇ ਹੀ ਦੇ ਕਾਲ ਇਟ। ਐਗਜ਼ੈਕਟਲੀ। ਨਹੀਂ, ਉਹ ਤੇ ਸਾਡੀ ਆਪਣੀ ਤਰਫੋਂ ਬੜੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਆਪਣੀ ਕਮਿਊਨਿਟੀ ਨੂੰ ਹੈਲਪ ਕਰੀਏ ਜਿੰਨੀ ਜ਼ਿਆਦਾ ਹੋ ਸਕੇ। ਬਟ ਯੂ ਹੈਵ ਆਲਸੋ ਮੇਡ ਅਸ ਪ੍ਰਾਊਡ। ਬਿਲਕੁਲ, ਥੈਂਕ ਯੂ। ਜਿਹੜੇ ਦੂਰ ਦਰਾਡੇ ਲੋਕ ਰਹਿੰਦੇ ਜੀ, ਛੋਟੇ ਛੋਟੇ ਸ਼ਹਿਰਾਂ, ਛੋਟੇ ਛੋਟੇ ਪਿੰਡਾਂ ਦੇ ਵਿੱਚ ਸਾਡੇ ਭੈਣਾਂ ਭਰਾ, ਨੌਜਵਾਨ ਜਿਹੜੇ ਹੁਣ ਪਰਮਾਨੈਂਟ ਰੈਜ਼ੀਡੈਂਟ ਹੋ ਰਹੇ ਆ, ਉਹਨਾਂ ਨੇ, ਕਿਸੇ ਨੇ ਕ੍ਰਾਈਸਟਚਰਚ, ਰੋਲਸਟੋਨ ਦੇ ਵਿੱਚ ਆਪਣਾ ਘਰ ਬਣਾ ਲਿਆ, ਕਿਸੇ ਨੇ ਵੈਲਿੰਗਟਨ ਦੇ ਵਿੱਚ ਕਿਸਮਤ ਅਜ਼ਮਾਈ ਕੀਤੀ, ਉੱਥੇ ਰੈਜ਼ੀਡੈਂਸੀ ਹੋ ਗਈ, ਉਹਨਾਂ ਨੇ ਉੱਥੇ ਡਿਸਾਈਡ ਕਰ ਲਿਆ ਰਹਿਣ ਦਾ। ਉਹਨਾਂ ਦੇ ਵਾਸਤੇ ਵੀ ਤੁਹਾਡੀ ਟੀਮ ਕੋਈ ਬਹੁਤਾ ਦੂਰ ਨਹੀਂ, ਕਿਉਂਕਿ ਜਿਹੜੀ ਤੁਹਾਡੀ ਵੈਬਸਾਈਟ ਆ ਬਹੁਤ ਸੋਹਣੀ ਬਣੀ ਹੋਈ ਆ। ਨਾਲ ਈਮੇਲ ਦੇ ਰਾਹੀਂ ਉਹ ਤੁਹਾਡੇ ਨਾਲ ਬਕਾਇਦਾ ਇਨ ਟੱਚ ਰਹਿ ਸਕਦੇ ਆ, office@legalassociates.co.nz ਦੇ ਰਾਹੀਂ, ਤੇ ਨਾਲ ਲੈਂਡਲਾਈਨ ਨੰਬਰ ਹੈ ਜੀ 0927999439 ਦੇ ਉੱਤੇ ਗੱਲਬਾਤ ਕਰਕੇ ਇਹਨਾਂ ਦੀ ਟੀਮ ਜਿਹੜੀ ਹੈ ਜ਼ਰੂਰ ਫੋਲੋ ਅਪ ਕਰਦੀ ਹੈ। ਸੋ ਨਾਟ ਓਨਲੀ ਮੰਡੇ ਟੂ ਫਰਾਈਡੇ, ਜਿਹੜਾ ਤੁਸੀਂ ਸ਼ਨੀਵਾਰ ਦਾ ਕਹਿੰਦੇ ਹੋ ਕਿ ਪਾਰਟਿਕੂਲਰਲੀ ਜਿਹੜਾ ਖਾਸ ਤੌਰ ਤੇ ਵਲੰਟੀਅਰਲੀ ਉਹਦੇ ਵਿੱਚ ਤੁਸੀਂ ਲੋਕਾਂ ਨੂੰ ਸਲਾਹ ਦਿੰਦੇ ਹੋ, ਉਸ ਦਾ ਵੀ ਹਿੱਸਾ ਇਹ ਲੋਕ ਦੂਰ ਦਰਾਡੇ ਵਾਸਤੇ ਜਿਹੜੇ ਉਹ ਹੋ ਸਕਦੇ ਨੇ। ਮੈਂ ਉਮੀਦ ਕਰਦਾ ਕਿ ਜਿਹੜੇ ਦੂਰ ਰਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਨਾਲ ਜੋੜੀਏ, ਜੇ ਹੋ ਸਕੇ ਤਾਂ ਤੁਸੀਂ ਆਪਣੀ ਇੱਕ ਬ੍ਰਾਂਚ ਕ੍ਰਾਈਸਟਚਰਚ ਵੀ ਖੋਲੋ। ਅੱਛਾ, ਠੀਕ ਹੈ, ਤੁਸੀਂ ਸਾਨੂੰ ਲਾਇਰ ਲੱਭ ਕੇ ਦਿਓ, ਅਸੀਂ ਖੋਲ ਲੈਂਦੇ। ਠੀਕ ਹੈ ਜੀ। ਹੇਸਟਿੰਗਸ ਤੋਂ ਜਰਨੈਲ ਸਿੰਘ ਹਜ਼ਾਰਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੁਹਾਨੂੰ। ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਬਾਹਰ ਸਾਡੇ ਲੋਕ ਰਹਿੰਦੇ ਆ, ਭਾਰਤੀ ਮੂਲ ਦੇ ਜਾਂ ਏਸ਼ੀਅਨ ਮੂਲ ਦੇ, ਉਹ ਵੀ ਤੁਹਾਨੂੰ ਇੰਨੇ ਪਿਆਰ ਦੇਣਗੇ, ਤੇ ਜ਼ਰੂਰ ਤੁਸੀਂ ਇਸ ਭਾਵਨਾ ਦੇ ਨਾਲ ਅੱਗੇ ਵਧਦੇ ਰਹੋ। ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਭ ਇੱਛਾਵਾਂ। ਆਸ਼ਮਾ ਜੀ ਤੇ ਗਗਨਦੀਪ, ਤੁਹਾਡਾ ਦੋਨਾਂ ਦਾ ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸ਼ਾਮਲ ਹੋਣ ਦੇ ਲਈ, ਆਪਣੇ ਹੁਨਰ ਮੁਤਾਬਕ, ਆਪਣੀ ਸਮਝ ਮੁਤਾਬਕ ਪ੍ਰੋਫੈਸ਼ਨਲ ਐਡਵਾਈਸ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
Thank you so much ji. Thank you to you and your team. ਸ਼ੁਕਰੀਆ ਦੋਸਤੋ। ਇਹ ਸਨ ਲੀਗਲ ਐਸੋਸੀਏਟਸ ਟੀਮ ਜਿਹੜੇ ਕਿ ਨੰਬਰ 31 ਈਸਟ ਮਾਕੀ ਰੋਡ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਪਾ ਟੋਏ ਟੋਏ ਦੇ ਵਿੱਚੋਂ ਹਾਜ਼ਰ ਹੁੰਦੇ ਨੇ। ਸੋ ਉਹਨਾਂ ਦੀ ਜਿਹੜੀ ਗੱਲਬਾਤ ਹੈ ਇਸ ਨੂੰ ਤੁਸੀਂ ਬਹੁਤ ਜਲਦੀ ਫੇਸਬੁੱਕ ਦੇ ਉੱਤੇ ਵੀ ਸੁਣ ਸਕੋਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਦੇ ਵਿੱਚੋਂ ਕਾਫੀ ਲਾਹ ਲਿਆ ਹੋਵੇਗਾ। ਆਸ਼ਮਾ ਸਿੰਘ ਅਤੇ ਗਗਨਦੀਪ ਕੌਰ ਉਹਨਾਂ ਵੱਲੋਂ ਗੱਲਬਾਤ। Subscribe now and press the bell icon. Never miss an update.